तेरे कवन कवन गुण कह कह गावा। तू साहिब गुणी निधाना। तुमरी महिमा वर्ण ना सको। तू ठाकुर ऊच भगवाना। अगम अगोचर सच साहिब मेरा। नानक बुले बुलाया तेरा। अगम अगोचर सच साहिब मेरा। नानक बुले बुलाया तेरा। परम सम्मानयोग चबर छतर तकत दे मालक जुग जुग अटल सर्ब सांझी वालता दे पैगंबर दीन दुनिया दे राखे मनुखता दे सांझे रहबर गुरता गद्दी ते सुभाए मान हल्फ पलत की रखे। निमाणिया दे माण निताणिया दे ताण न्योटिया दी ओट सर्व कला समरथ बिना मंगिया बेअंत दातां देण वाले धन धन साहिब श्री गुरु ग्रंथ साहिब जी महाराज। सतगुरां ने अपने सारियां ते गरीब नवाजी की। अमृत वेले जागण दी दात दिती और अपने पावन पवित्र गुरधाम के दर्शन दीदार बख्शे। और आप संगतां वडभागे हो जिहड़े हर रोज की तरह अज भी गुरु चरणों च बैठ के गुरु के दर्शन करके संगतां के दर्शन करके रब्बी गुरबाणी का कीर्तन सरवण करके अपने जीवन को सफल कर रहे हो। वडभागे हो। उपरंत सतगुरां ने कथा का समा भी बख्शिया है। आओ इस मिले हुए समय नूं गुरु प्यार दीयां बातां पा के सफल करिए। उस परवतगार अकाल पुरख वाहिगुरु परमात्मा दीयां सिफतां करके सफल करिए। उस वड्डे दाते दे गुणां नूं गा गा के उस वड्डे विच ही समा जाइए। ਉਹਨੂੰ ਵੱਡਾ ਕਹਿੰਦੇ ਕਹਿੰਦੇ ਆਪਣੇ ਜੀਵਨ ਨੂੰ ਵੱਡਾ ਕਰ ਲਈਏ। ਉਸ ਪ੍ਰਮਾਤਮਾ ਨੂੰ ਧੰਨ ਧੰਨ ਕਹਿੰਦੇ ਹੋਏ ਆਪਣੇ ਜੀਵਨ ਨੂੰ ਧੰਨਤਾ ਯੋਗ ਬਣਾ ਲਈਏ। ਇਹੀ ਸਾਡੇ ਜੀਵਨ ਦਾ ਮਨੋਰਥ ਹੈ। ਇਹੀ ਸਾਡੇ ਜੀਵਨ ਦਾ ਮਕਸਦ ਹੈ। ਇਸ ਤਰੀਕੇ ਨਾਲ ਹੀ ਸਾਡਾ ਜੀਵਨ ਸਫਲ ਹੋਏਗਾ। परमात्मा का सबब बनया कि कथा भी अरदास की चल रही है। अरदासां करके ही साडी उस परमात्मा नाल सांझ बननी है। अरदासां कर करके ही असीं उस परमात्मा दे नेड़े जा सकते हैं, अपना उहदे नाल संबंध जोड़ सकते हैं, अपना पक्ष उहदे सामने रख सकते हैं। सो इसलिए
ਜਿੰਨੀ ਵੀ ਰੂਹ ਤੋਂ, ਮਨ ਤੋਂ, ਦਿਲ ਤੋਂ ਅਰਦਾਸ ਨਿਕਲੇ ਉਸ ਗੁਰੂ ਦੇ ਚਰਨਾਂ 'ਚ, ਪਰਮਾਤਮਾ ਦੇ ਚਰਨਾਂ 'ਚ, ਉਨਾ ਹੀ ਚੰਗਾ ਹੈ। ਅਰਦਾਸ ਕਰਕੇ ਹੀ ਅਸੀਂ ਆਪਣੇ ਵੱਡੇ ਵੱਡੇ ਗੁਨਾਹ, ਪਾਪ, ਭੁੱਲਾਂ ਇਹ ਬਖਸ਼ਾ ਸਕਦੇ ਹਾਂ। ਅਰਦਾਸ ਕਰਕੇ ਹੀ ਇਹ ਕਹਿ ਸਕਦੇ ਹਾਂ ਕਿ ਪਿਛਲੇ ਔਗਣ ਬਖਸ਼ ਲਏ, ਪ੍ਰਭ ਅੱਗੇ ਮਾਰਗ ਪਾਵੇ। ਅਰਦਾਸ ਰੂਪ ਵਿੱਚ ਹੀ ਇਹ ਬਚਨ ਆਉਂਦੇ ਆ, ਅੱਗੇ ਸਮਝ ਚਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਅਰਦਾਸ ਕਰਕੇ ਅਸੀਂ ਕਹਿ ਸਕਦੇ ਹਾਂ, ਜਿਉਂ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਅਰਦਾਸ ਵਿੱਚ ਹੀ ਅਸੀਂ ਇਹ ਕਹਿ ਸਕਦੇ ਹਾਂ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਬਹੁਤ ਸ਼ਬਦ ਨੇ ਧੁਰ ਕੀ ਬਾਣੀ ਦੇ ਵਿੱਚ ਜਿਹੜੇ ਅਰਦਾਸ ਰੂਪ ਵਿੱਚ ਨੇ। ਮੋਹੇ ਗਰੀਬ ਕੋ ਲੇਹੋ ਰਲਾਏ, ਨਾਨਕ ਆਏ ਪਿਆ ਸ਼ਰਨਾਏ। ਇਹ ਅਰਦਾਸ ਹੀ ਹੈ। ਖੈਰ ਆਓ, ਅੱਜ ਅਸੀਂ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਫਿਰ ਅੰਗਦ ਗੁਰ ਤੇ, ਕੱਲ ਵਿਸ਼ਾ ਸੀ ਗੁਰੂ ਨਾਨਕ ਲਈ ਧਿਆਏ, ਅੱਜ ਹੈ ਫਿਰ ਅੰਗਦ ਗੁਰ ਤੇ। ਇੱਕ ਇੱਕ ਜਿਹੜਾ ਸ਼ਬਦ ਹੈ ਬੜਾ ਭਾਵਪੂਰਤ ਹੈ, ਸਾਨੂੰ ਰੋਕਦਾ ਹੈ। ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਕਹਿੰਦਾ ਮੇਰੇ ਕੋਲ ਰੁਕ ਕੇ ਜਾਓ। ਮੈਂ ਬੜੇ ਗਿਆਨ ਦੀਆਂ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦਾ। ਇਹ ਤਾਂ ਜਿਵੇਂ ਨਿੱਕੇ ਜਿਹੇ ਬੀਜ ਵਿੱਚ ਬਹੁਤ ਵੱਡਾ ਬੋਹੜ ਦਾ ਦਰਖਤ ਹੁੰਦਾ ਹੈ, ਇੱਦਾਂ ਹੀ ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਵਿੱਚ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਗਿਆਨ ਹੈ। ਸਿੱਖੀ ਦੀ ਆਰੰਭਤਾ ਅਰਦਾਸ ਤੋਂ, ਸਿੱਖੀ ਦਾ ਇਤਿਹਾਸ ਸਾਰਾ ਅਰਦਾਸ ਦੁਆਲੇ ਘੁੰਮਦਾ ਹੈ। ਸਿੱਖੀ ਦਾ ਅਹਿਮ ਜੀਵਨ ਦਾ ਅੰਗ ਹੈ ਅਰਦਾਸ। ਇੱਥੇ ਫਿਰ ਅਰਦਾਸ ਦੀ ਵਿਆਖਿਆ ਕਿਵੇਂ ਖਤਮ ਹੋ ਸਕਦੀ ਹੈ? ਸਾਡਾ ਤਾਂ ਜੀਵਨ ਹੀ ਅਰਦਾਸਾਂ ਨਾਲ ਚੱਲਦਾ ਹੈ। ਅਰਦਾਸ ਦੀ ਵਿਆਖਿਆ ਬੜੀ ਲੰਮੇਰੀ ਹੈ। ਚਲੋ ਜਿੰਨੀ ਸਾਨੂੰ ਸਮਝ ਆ ਜਾਏ ਉਨਾ ਹੀ ਥੋੜ੍ਹਾ। ਵਿਚਾਰ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਦੀ ਸਾਂਝ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਬੜੇ ਅਦਬ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਦੀ ਕਦੇ ਸਾਂਝੀਵਾਲਤਾ ਵੇਖਿਓ। ਹਰ ਇੱਕ ਪ੍ਰਾਣੀ ਦਾ, ਜਿਹੜਾ ਵੀ ਮਨੁੱਖਾ ਸ਼੍ਰੇਣੀ ਵਿੱਚ ਆਇਆ, ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਅਰਦਾਸ ਦਾ ਅਨੁਭਵ ਸਾਰਿਆਂ ਦਾ ਸਾਂਝਾ ਹੀ ਹੈ। ਉਸ ਪਰਮਾਤਮਾ ਅੱਗੇ ਅਰਦਾਸ ਕਰਨੀ, ਖੁਦਾ ਅੱਗੇ ਅਰਦਾਸ ਕਰਨੀ, ਅੱਲਾ ਅੱਗੇ ਅਰਦਾਸ ਕਰਨੀ, ਉਸ ਰਮੇ ਹੋਏ ਰਾਮ ਪਰਮਾਤਮਾ ਅੱਗੇ ਅਰਦਾਸ ਕਰਨੀ, ਗੋਡ ਅੱਗੇ ਅਰਦਾਸ ਕਰਨੀ, ਸਾਰਿਆਂ ਦਾ ਅਨੁਭਵ ਇੱਕੋ ਹੀ ਹੈ। ਸ਼ਾਇਦ ਹੀ ਕੋਈ ਮਨੁੱਖ ਐਸਾ ਹੋਵੇ ਜਿਹਨੇ ਕਦੇ ਉਸ ਨਿਰਗੁਣ ਸ਼ਕਤੀ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਉਹਨੂੰ ਸੱਦਾ ਨਾ ਦਿੱਤਾ ਹੋਵੇ, ਅਰਦਾਸ ਕਰਕੇ ਉਹਦੇ ਨਾਲ ਗੱਲ ਕਰਨ ਦਾ ਯਤਨ ਨਾ ਕੀਤਾ ਹੋਵੇ। ਸ਼ਾਇਦ ਹੀ ਕੋਈ ਵਿਰਲਾ ਹੋਏਗਾ। ਨਹੀਂ ਤਾਂ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਅਰਦਾਸ ਰੂਪ ਵਿੱਚ ਉਸ ਪਰਮਾਤਮਾ ਨਾਲ ਗੱਲ ਕਰਦਾ ਹੈ, ਆਪਣਾ ਦੁੱਖ ਸੁੱਖ ਉਹਦੇ ਨਾਲ ਸਾਂਝਾ ਕਰਦਾ ਹੈ। ਆਪਣੇ ਮਨ ਦੀ ਬਿਰਥਾ ਜਿਹੜੀ ਹੈ, ਆਪਣੇ ਮਨ ਦੀ ਅਵਸਥਾ ਜਿਹੜੀ ਹੈ, ਆਪਣੇ ਮਨ ਦਾ ਜੋ ਹਾਲਾਤ ਹੈ, ਹਾਲਾਤ ਇਹ ਬਿਆਨ ਉਹ ਅਰਦਾਸ ਨਾਲ ਹੀ ਪਰਮਾਤਮਾ ਅੱਗੇ ਕਰਦਾ। ਫਿਰ ਕੋਈ ਧਰਮ ਵੀ ਇਹੋ ਜਿਹਾ ਨਹੀਂ ਹੋ ਸਕਦਾ ਜਿਹਦੇ ਵਿੱਚ ਅਰਦਾਸ ਨਾ ਹੁੰਦੀ ਹੋਵੇ। ਅਰਦਾਸ ਕਿਸੇ ਵੀ ਧਰਮ ਦੀ ਹੋਵੇ, ਅੰਤਰੀ ਭਾਵਨਾ ਸਾਰਿਆਂ ਦੀ ਇੱਕੋ ਜਿਹੀ ਹੈ। ਜਿਵੇਂ ਪਿਛਲੇ ਦਿਹਾੜਿਆਂ 'ਚ ਬੇਨਤੀ ਕੀਤੀ ਸੀ ਕਿ ਅਰਦਾਸ ਕਰਨ ਲਈ ਨਿਮਰਤਾ ਹੋਣੀ ਚਾਹੀਦੀ ਹੈ, ਸਿਦਕ ਹੋਣਾ ਚਾਹੀਦਾ, ਆਤਮ ਸਮਰਪਣ ਹੋਣਾ ਚਾਹੀਦਾ। ਅਰਦਾਸ ਵਿੱਚ ਹੰਕਾਰ ਦੇ ਬੋਲ ਨਹੀਂ, ਅਰਦਾਸ ਵਿੱਚ ਬੇਨਤੀਆਂ, ਤਰਲੇ ਹੋਣੇ ਚਾਹੀਦੇ ਆ। ਇਹ ਅਨੁਭਵ, ਅੰਤਰੀ ਭਾਵਨਾ, ਇਹ ਸਾਰੇ ਧਰਮਾਂ ਲਈ ਇੱਕੋ ਜਿਹੀ ਹੈ। ਇਹ ਨਹੀਂ ਕਿ ਸਾਡੇ ਇਕੱਲਿਆਂ ਲਈ ਉਪਦੇਸ਼, ਇਹ ਹੈ ਤਾਂ ਸਾਡੇ ਵਾਸਤੇ। ਜਿਹੜਾ ਕਮਾ ਲਏਗਾ ਅਸਲ 'ਚ ਉਹਦੇ ਲਈ ਹੈ। ਜਿਹੜੇ ਬਚਨ ਨੂੰ ਕਮਾ ਲਏਗਾ ਉਹਨੇ ਉਸੇ ਦਾ ਹੀ ਭਲਾ ਕਰ ਦੇਣਾ।
ਜੇ परमात्मा एक है तो अरदास भी फिर एक किसी फिरके नाल संबंधित नहीं, सारे धर्मां दा अंग है अरदास। अरदास करना तां एक भावना दे पवित्र जल विच आत्मा दा इशनान कराउणा हुंदा है। फिर अरदास दे रूप विच भावना दे जल च इशनान और गुरु दे सामने खड़ के, जिवें शीशे सामने खड़ के वेखदे हां भी किते कोई मैल कोई दाग तां नहीं, इसे तरह अरदास करदे भावना दे जल विच, जिवें कई वार नेत्रां च जल भी आ जांदा, ਉਹ चंगी गल है, अंदरों मैल निकल रही है, बैराग विच एक संसार माया लई रो रहा है, एक कोई पदार्थां लई रो रहा, एक परमात्मा की याद विच रो रहा। फर्क है दा मन बैराग पया दर्शन देखने का चाहो, जेड़ा उहदी याद विच रो रहा, जिहदी अख विच हंझू उस परमात्मा दे विछोड़े करके आया, तो अंदरों मैल ही निकल रही है। एक बिरहा दा, एक विछोड़े का एहसास करवा रहा हंझू, चंगी गल है वो, क्योंकि प्रेम हुंदा ही उदों जदों बैराग होवे। सोईयां दी बाणी बैराग दी है ना, तो है प्रसाद सोईए, बैराग विचों ही फिर प्रेम आया, प्रेम तो बाद अरदासां आईयां, बेनती आई, चौपाई आई। इसलिए फिर गुरु अगे असी सामने खड़ के फिर गुरु नूं पुछना, चंगी तरह अंदर वेखना है कि असी भावना दे जल च इशनान कीता है, किते कोई दाग तां नहीं लग्या, कोई मैल तां नहीं रह गई, ਜਿਹੜੀ ਤੁਹਾਡੇ ਮਿਲਾਪ ਦੇ ਵਿੱਚ ਕੋਈ ਰੁਕਾਵਟ ਖੜੀ ਕਰ ਸਕੇ। ਇਹ ਗੁਰੂ ਨੂੰ ਪੁੱਛਣਾ, ਆਪ ਹੀ ਫੈਸਲਾ ਨਹੀਂ ਕਰਨਾ ਹੁੰਦਾ, ਕਿਉਂਕਿ ਸਾਡੇ ਕੋਲੇ ਉਹ दूरबीन नहीं ਜਿਹਦੇ ਨਾਲ ਅਸੀਂ ਕੋਈ दूर पई चीज़ ਜਾਂ ਨੇੜੇ पई चीज़ ਜਾਂ सूक्ष्म चीज़ कुछ भी ਉਹਨੂੰ ਬਰੀਕੀ ਨਾਲ देख सकीए। सतगुरु ਦੀ ਜਿਹੜੀ ਨਿਗਾਹ ਉਹ बड़ी कमाल दी है, दूर की निगाह भी बहुत है, नेड़े की निगाह भी बहुत है। दूर भावें कोई हज़ारां लखां किलोमीटर दूर बैठा है, सतगुरु किते भी बैठे होण उस सिख की भावना नूं जाण लैंदे, पढ़ लैंदे। कोई सामने आके भी बैठे ते जे मन विच सामने बैठिया कोई शंका आ गया तो सतगुरु उहनूं भी पढ़ लैंदे आ। सूक्ष्म हौमे भी किते टिकी अंदर मन च रह जाए, इन्नी निगाह तेज है, सतगुरु वो सूक्ष्म हौमे नूं देख के अलर्ट कर दिया, भाई हले अंदरों भांडा साफ नहीं होया, होर अरदासां कर, होर सेवा कर, होर सिमरन कर। ये अरदासां नाल, ये सिमरन नाल, ये बैराग दे हंझूआं नाल ही तेरा भांडा धोता जाना है। तो इसलिए ये अरदास बड़ा अहम अंग है। सारे धर्मां विच अरदास है, सारे धर्म मजहबां दे लोग अरदास करते हैं, हर एक प्राणी मात्र अरदास करता है। और अरदास का कोई समा मुकर्रर नहीं हुंदा, कोई समा निश्चित नहीं। तो चलो असी सवेरे नितनेम करके अरदास करनी है, जे घर विच नितनेम कीता घरे अरदास करो, जे गुरु घर विच असीं आए हाँ सवेरे अमृत वेले नितनेम की अरदास हो रही है, उहदे विच हाजरी लो। संध्या वेले जे घर विच उदों रहरास साहब का पाठ करके अरदास करो, जे उदों भी गुरु घर आ सकते हैं उस तो भी चंगी गल, उदों अरदास विच शामिल होवो। अरदास राही साडा परमात्मा नाल संबंध जुड़ना, कोशिश करया करो कि अरदास विच जिन्नी वध तो वध हाजरी लग जाए। ते कोई पुरानी चढ़ाई कर जे, असीं तां इह कहने नहीं अंतम अरदास विच शामिल होण चले आ, चंगी गल है। पर गुरु साहब के चरणों में जिहड़ी हर रोज़ अरदास हुंदी, एक पंथक अरदास है। असीं घरां विच भी जो गुटका साहब ते अरदास की इबारत लिखी है उहनूं पढ़ो, ते बाद विच नितनेम लई जो भी साडे मन दीयां भावना वो साझीआं करो। और हर वेले अरदास कर सकदे हो, कोई समा, ये तो नितनेम नाल अरदास हो गई, साडी एक मर्यादा विच आ गई। वैसे हर वेले 24 घंटे अठे पैर जिवें मर्जी अरदास करो। जिहड़ी भावना है वो समय की गुलाम नहीं हुंदी। भावना हुण पता नहीं किसी रात नूं बंदा तरब के उठे, कोई सुपना इदां दा आ जाए खौफनाक, ते उदों तरब के उठदा ते उदों तो अरदास ही निकलेगी ना। कि वो हुण पहलां टाइम देखेगा भी रात के 12 बजे हुण मैं अरदास किहदे अगे करां? ਉਹਦਾ सद सुनदा, सद वेखदा, सतगुर जागता है, दिओ नींद तो आउंदी नहीं सतगुरु नूं।
ਇਹ ਸਾਡੀ ਭਾਵਨਾ ਦੇ ਸ਼ਬਦ ਆ ਕਿ ਗੁਰੂ ਸਾਹਿਬ ਆਰਾਮ ਕਰ ਰਿਹਾ ਸੀ ਸੱਚਖੰਡ ਵਿੱਚ, ਸਾਡੀ ਭਾਵਨਾ ਹੈ, ਪਰ ਮਹਾਰਾਜ ਨੇ ਆਪ ਹੀ ਤਾਂ ਕਿਹਾ ਸਤਿਗੁਰੂ ਜਾਗਤਾ ਹੈ ਦਿਓ। ਠਾकुर ਹਮਰਾ ਸਦ ਬੋਲਨਤਾ, ਸਦਾ ਹੀ ਬੋਲ ਰਿਹਾ, ਸਦਾ ਹੀ ਵੇਖ ਰਿਹਾ, ਸਦਾ ਹੀ ਜਾਗ ਰਿਹਾ, ਕੋਈ ਥਕਾਵਟ, ਕੋਈ ਨੀਂਦ ਨਹੀਂ। ਦੇਹਧਾਰੀ ਗੁਰੂ ਨੂੰ ਅਸੀਂ 3 ਦਿਨ ਏਦਾਂ ਬਿਠਾ ਕੇ ਨਹੀਂ ਰੱਖ ਸਕਦੇ ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਉਸ ਤੋਂ ਬਾਅਦ ਫਿਰ ਤੁਸੀਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰ ਲਓ, ਕੋਈ ਦਿੱਕਤ ਨਹੀਂ। ਇਹ ਅਸੀਂ ਆਪਣੀ ਭਾਵਨਾ ਨਾਲ ਸਾਰਾ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ। ਇਹ ਵੀ ਇੱਕ ਸਾਡੇ ਮਰਿਆਦਾ ਚ ਕਹਿ ਲਓ, ਸਾਡੀ ਭਾਵਨਾ ਨਾਲ ਜੁੜਿਆ ਹੋਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਬਿਲਕੁਲ ਉਸੇ ਤਰ੍ਹਾਂ ਕਰਨੇ ਆ ਜਿਵੇਂ ਸਿੱਖਾਂ ਨੇ ਜਦੋਂ ਗੁਰੂ ਸਾਹਿਬ ਸਰੀਰਕ ਕਾਲ ਵਿੱਚ ਵਿਚਰ ਰਹੇ ਸੀ ਉਦਾਂ ਸਤਿਕਾਰ ਕਰਦੇ ਸਨ। ਤੇ ਇਹ ਜਿਹੜਾ ਉਤਸ਼ਾਹ ਹੁੰਦਾ ਹੈ, ਇਹ ਦੇਸ਼ ਕਾਲ ਦੀਆਂ ਬੰਦਸ਼ਾਂ ਤੋਂ ਵੀ ਮੁਕਤ ਹੁੰਦਾ ਹੈ। ਕੋਈ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਕਿਸੇ ਦਾ ਜਨਮ ਹੋਇਆ, ਕਿਸੇ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਨਮ ਹੋਇਆ ਤੇ ਅੱਜ ਰੱਬੀ ਸਬੱਬੀ ਉਪਦੇਸ਼ਾਂ ਵਿੱਚ ਵਸਣ ਲੱਗ ਪਿਆ। ਤੇ ਹੁਣ ਇਹ ਨਾ ਉਹ ਸੋਚੇ ਵੀ ਮੈਂ ਇੱਥੋਂ ਬੈਠਾ ਮੇਰੀ ਅਰਦਾਸ ਅਨੰਦਪੁਰ ਸਾਹਿਬ ਕਿਵੇਂ ਸੁਣੀ ਜਾਏਗੀ, ਅੰਮ੍ਰਿਤਸਰ ਸਾਹਿਬ ਕਿਵੇਂ ਸੁਣੀ ਜਾਏਗੀ, ਸੁਹਾਣਾ ਸਾਹਿਬ ਕਿਵੇਂ ਸੁਣੀ ਜਾਏਗੀ। ਇਹ ਦੇਸ਼ ਕਾਲ ਹੱਦਾਂ ਸਰਹੱਦਾਂ ਤੋਂ ਪਾਰ ਦੀਆਂ ਗੱਲਾਂ ਨੇ। ਸਿੱਖ ਤਾਂ ਅੰਮ੍ਰਿਤਸਰ ਸਾਹਿਬ ਬੈਠਾ ਹੋਇਆ ਵੀ ਇਹ ਅਰਦਾਸ ਕਰਦਾ ਹੈ ਕਿ ਸਤਿਗੁਰੂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਹਜੂਰ ਸਾਹਿਬ ਜਿਹੜਾ ਸਿੱਖ ਬੈਠਾ ਉਹ ਵੀ ਉੱਥੇ ਹੀ ਅਰਦਾਸ ਕਰਦਾ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਜਿਹੜਾ ਵਿਦੇਸ਼ਾਂ 'ਚ ਬੈਠਾ ਉਹਦੀ ਵੀ ਅਰਦਾਸ ਇਹੀ ਹੈ। ਮਸਲਾ ਅਰਦਾਸ ਤੇ ਹੁਣ ਜਿਵੇਂ ਜਿਵੇਂ ਅਸੀਂ ਅੱਗੇ ਚੱਲਣਾ ਸਾਰੀ ਗੱਲ ਧਿਆਨ ਵੱਲ ਨੂੰ ਚਲੇ ਜਾਣੀ ਹੈ। ਅਸੀਂ 6 ਵਾਰੀ ਧਿਆਨ ਧਰ ਕੇ ਵਾਹਿਗੁਰੂ ਬੋਲਣਾ ਹੈ ਤੇ ਗੱਲ ਤਾਂ ਫਿਰ ਧਿਆਨ ਦੀ ਆ ਗਈ ਨਾ। ਹੁਣ ਜੇ ਰੋਜ਼ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਕਰਨ ਅਸੀਂ ਇੱਥੋਂ ਮੋਹਾਲੀ ਤੋਂ ਵੀ ਜਾਣਾ ਹੋਵੇ, ਕਿਸੇ ਨੇ ਦਿੱਲੀ ਤੋਂ ਆਉਣਾ ਹੋਵੇ ਤਾਂ ਔਖਾ ਲੱਗੇਗਾ, ਵਿਦੇਸ਼ਾਂ ਤੋਂ ਆਉਣਾ ਔਖਾ ਲੱਗੇਗਾ। ਇਹ ਗੱਲ ਸਾਰੀ ਧਿਆਨ ਦੀ ਹੈ। ਧਿਆਨ ਨਾਲ ਤੁਸੀਂ ਰੋਜ਼ 8 ਪਹਿਰ 24 ਘੰਟੇ ਭਾਵੇਂ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰੋ, ਭਾਵੇਂ ਹਜੂਰ ਸਾਹਿਬ ਕਰੋ, ਭਾਵੇਂ ਆਨੰਦਪੁਰ ਸਾਹਿਬ ਕਰੋ, ਇਹ ਗੱਲ ਸਾਰੀ ਧਿਆਨ ਦੀ ਹੈ। ਧਿਆਨ ਨਾਲ ਤੁਸੀਂ ਇੱਥੇ ਬੈਠੇ ਜਿਹੜੇ ਮਰਜ਼ੀ ਗੁਰਧਾਮ ਤੇ ਮੱਥਾ ਟੇਕ ਲਓ। ਸਤਿਗੁਰੂ ਕਹਿੰਦੇ ਆ ਸਰੀਰ ਦੀਆਂ ਦੂਰੀਆਂ ਪੈ ਜਾਣ ਕੋਈ ਫਰਕ ਨਹੀਂ ਪੈਂਦਾ, ਮਨ ਦੀ ਦੂਰੀ ਨਹੀਂ ਹੋਣੀ ਚਾਹੀਦੀ। ਮਨ ਹਮੇਸ਼ਾ ਨਾਲ ਹੋਣਾ ਚਾਹੀਦਾ। ਮਨ ਦੇ ਨਾਲ, ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ, ਇਹ ਮਨ ਨਾਲ ਰਹਿਣਾ ਚਾਹੀਦਾ। ਗੁਰੂ ਦੀ ਗੋਦ ਵਿੱਚ ਬੈਠ ਕੇ ਜੇ ਮਨ ਨਾਲ ਨਹੀਂ ਆ, ਮਨ ਹਾਜ਼ਰ ਨਹੀਂ ਆ, ਬਾਣੀ ਪੜ੍ਹਦੇ ਹੱਥ 'ਚ ਗੁਟਕਾ ਸਾਹਿਬ ਫੜਿਆ ਤਾਂ ਵੀ ਮਨ ਹਾਜ਼ਰ ਨਹੀਂ ਆ। ਤੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਨਮਾਜ਼ ਪੜ੍ਹਨ ਵਾਲਿਆਂ ਨੂੰ ਇਹੀ ਤਾਂ ਕਿਹਾ ਸੀ ਵੀ ਤੁਸੀਂ ਤਾਂ ਨਮਾਜ਼ਾਂ ਬਾਹਰੋਂ ਇਕੱਲੇ ਸਰੀਰ ਦੀ ਕਸਰਤ ਹੋ ਰਹੀ ਹੈ, ਮਨ ਤਾਂ ਤੁਹਾਡੇ ਨਮਾਜ਼ 'ਚ ਹੈ ਨਹੀਂ, ਮਨ ਤਾਂ ਪੜ੍ਹ ਹੀ ਨਹੀਂ ਰਿਹਾ ਨਮਾਜ਼। ਬੜੇ ਪਤੇ ਦੀ ਗੱਲ ਸੀ। ਇਹ ਹੁਕਮ ਕੱਲਾ ਉਹ ਹੁਣ ਨਮਾਜ਼ ਪੜ੍ਹਨ ਵਾਲਿਆਂ ਵਾਸਤੇ ਨਹੀਂ, ਇਹ ਸਾਡੇ ਲਈ ਵੀ ਹੈ। ਇਹ ਹਰ ਇੱਕ ਧਰਮ ਦੇ ਪ੍ਰਾਣੀ ਮਾਤਰ ਵਾਸਤੇ ਹੈ। ਜਿਹਨੇ ਵੀ ਆਪਣੇ ਧਰਮ ਦਾ ਕਰਮ ਕਰਨਾ ਹੈ, ਆਪਣੇ ਰਹਿਬਰ ਦੇ, ਆਪਣੇ ਮੁਰਸ਼ਦ ਦੇ ਬੋਲ ਪੜ੍ਹਨੇ ਆ, ਸੁਣਨੇ ਆ, ਉਹਦੀ ਹਜ਼ੂਰੀ 'ਚ ਬੈਠਣਾ, ਉਹਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਆ, ਘੱਟੋ ਘੱਟ ਉਹਦਾ ਧਿਆਨ ਉੱਥੇ ਹੋਵੇ, ਉਹਦਾ ਮਨ ਹਾਜ਼ਰ ਹੋਵੇ, ਕਿਉਂਕਿ ਉਪਦੇਸ਼ ਮਨ ਨੂੰ ਹੈ। ਮਨ ਗੈਰ ਹਾਜ਼ਰ ਹੋਇਆ ਬੈਠੇ ਰਹੋ ਘੰਟਿਆਂ ਬੱਧੀ, 2 3 4 ਘੰਟੇ ਬੈਠਣ ਤੋਂ ਬਾਅਦ ਵੀ ਜੇ ਕੋਈ ਸ਼ਬਦ ਹੀ ਯਾਦ ਨਾ ਰਿਹਾ, ਕੋਈ ਉਪਦੇਸ਼ ਹੀ ਪੱਲੇ ਨਾ ਪਿਆ, ਘਰੇ ਜੇ ਕੋਈ ਗਿਆਨ ਨੂੰ ਪੁੱਛ ਲੈ ਵੀ ਕਥਾ ਸੁਣ ਕੇ ਆਏ ਹੋ, ਗੁਰਦੁਆਰੇ ਆਏ ਹੋ, ਕੀ ਸੁਣਿਆ ਦੱਸੋ, ਜੇ ਚੇਤਾ ਹੋਏਗਾ ਤਾਂ ਹੀ ਦੱਸਾਂਗੇ, ਤੇ ਜੇ ਮਨ ਨੇ ਸੁਣਿਆ ਹੋਏਗਾ ਤਾਂ ਹੀ ਦੱਸਿਆ ਜਾਏਗਾ। ਜੇ ਮਨ ਨੇ ਸੁਣੇ ਕੁਛ ਨਹੀਂ ਫਿਰ ਕੀ ਕਵਾਂਗੇ ਜਾ ਕੇ। ਇਸ ਲਈ ਮੇਰੇ ਖਿਆਲ ਪਰਸੋਂ ਚੌਥ ਮੈਂ ਸ਼ਾਮ ਦੀ ਕਥਾ 'ਚ ਬੇਨਤੀ ਕੀਤੀ ਸੀ ਵੀ ਗੁਰੂ ਘਰ ਆਉਂਦੇ ਹਾਂ ਅਸੀਂ, ਕੜਾਹ ਪ੍ਰਸ਼ਾਦ ਦਾ ਕਿਣਕਾ ਘਰ 'ਚ ਲੈ ਕੇ ਜਾਂਦੇ ਹਾਂ, ਲੰਗਰ ਵਿੱਚੋਂ ਪ੍ਰਸ਼ਾਦ ਦਾ ਕਿਣਕਾ ਘਰ 'ਚ ਲੈ ਕੇ ਜਾਂਦੇ ਹਾਂ। ਇਹਦੇ ਨਾਲ ਨਾਲ ਗੁਰਮਤਿ ਦਾ ਉਪਦੇਸ਼ ਵੀ ਘਰ 'ਚ ਲੈ ਕੇ ਜਾਓ। ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਵੀ, ਚਾਹੇ ਕਿਣਕਾ ਮਾਤਰ, ਕਿਣਕਾ ਏਕ ਜਿਸ ਜੀਵ ਸਭ ਹੈ, ਇਹਨੂੰ ਵੀ ਘਰ ਵਿੱਚ ਲੈ ਕੇ ਜਾਓ, ਕਿਉਂਕਿ ਭਲਾ ਗੁਰੂ ਦੇ ਉਪਦੇਸ਼ ਨੇ ਕਰਨਾ ਹੈ, ਗੁਰੂ ਦੇ ਹੁਕਮ ਨੇ ਕਰਨਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਆ ਕਿ ਭਾਈ ਅਰਦਾਸ ਜਿਹੜੀ ਹੈ ਹਰ ਇੱਕ ਧਰਮ ਵਿੱਚ ਅਰਦਾਸ ਕਰਨ ਦਾ ਨੇਮ ਹੈ। ਹਰ ਇੱਕ ਧਰਮ ਦੀ ਜਿਹੜੀ ਆ ਉਹ ਆਪਣੀ ਆਪਣੀ ਅਰਦਾਸ ਕਰਨ ਦੀ ਇੱਕ ਡੈਫੀਨੇਸ਼ਨ, ਇੱਕ ਪਰਿਭਾਸ਼ਾ, ਇੱਕ ਮਰਿਆਦਾ, ਇੱਕ ਸਿਧਾਂਤ ਹੈ। ਪਰ ਅਰਦਾਸ ਸਾਰੇ ਧਰਮ ਕਰਦੇ ਆ। ਖੈਰ ਇਹ ਵਿਸ਼ਾ ਲੰਬਾ ਨਾ ਹੋ ਜਾਏ, ਕਿਉਂਕਿ ਅਰਦਾਸ ਤੇ ਹੁਣ ਹਰ ਰੋਜ਼ ਆਪਾਂ ਜਿੰਨਾ ਕੁਝ ਵੀ ਬੋਲੀ ਜਾਣਾ ਹੈ, ਅਰਦਾਸ ਤੇ ਹਰ ਰੋਜ਼ ਸਤਿਗੁਰਾਂ ਨੇ ਕੁਛ ਨਾ ਕੁਛ ਇਹਦੇ ਵਿੱਚ ਨਵਾਂ ਗਿਆਨ ਬਖਸ਼ੀ ਜਾਣਾ। ਬੜਾ ਵਿਸਥਾਰ ਪੂਰਵਕ ਗਿਆਨ ਹੈ। ਪਰ ਅੱਜ ਜੇ ਪੰਕਤੀ ਆਈ ਹੈ, ਜੇ ਅਰਦਾਸ ਦੀ ਇਬਾਰਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਹਿ ਰਹੇ ਆ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ, ਇੱਕ ਪੰਕਤੀ ਵਿੱਚ 3 ਗੁਰੂ ਸਾਹਿਬਾਨਾਂ ਦਾ ਜ਼ਿਕਰ ਆ ਗਿਆ।
ਸਾਰੇ ਧਰਮ ਜੇ ਅਰਦਾਸ ਕਰਦੇ ਆ, ਸਾਡੇ ਲਈ ਅਰਦਾਸ ਬਾਰੇ ਕੀ ਹੁਕਮ ਹੈ? ਪਹਿਲਾਂ ਕਿਹਾ ਪ੍ਰਥਮ ਭਗਉਤੀ ਸਿਮਰ ਕੈ, ਪ੍ਰਮਾਤਮਾ ਨੂੰ ਸਿਮਰੋ। ਫਿਰ ਕਿਹਾ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਨੂੰ ਧਿਆਵੋ। ਫਿਰ ਹੁਣ ਉਸੇ ਗੁਰੂ ਨਾਨਕ ਦੀ ਜੋਤ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ। ਹੁਣ ਜੇ ਕੱਲ ਕੋਈ ਇਤਰਾਜ਼ ਕਰੇ ਜੀ ਗੁਰੂ ਇੱਕੋ ਹੀ ਹੈ, ਉਹੀ ਜੋਤ ਅੱਗੇ ਚੱਲਦੀ ਹੈ, ਜਦੋਂ ਗੁਰੂ ਨਾਨਕ ਨੂੰ ਧਿਆ ਲਿਆ ਫਿਰ ਦਸੇ ਗੁਰੂ ਧਿਆਏ ਗਏ, ਫਿਰ ਤਾਂ ਦਸੇ ਗੁਰੂ ਧਿਆਏ। ਨਹੀਂ ਭਾਈ, ਜੋਤ ਬਿਲਕੁਲ ਉਹੀ ਹੈ, ਪਰ ਜੋਤ ਨੇ 239 ਸਾਲ ਸਰੀਰਕ ਜਾਮੇ ਵਿੱਚ ਵਿਚਰ ਕੇ ਵੀ ਤਾਂ ਦਿਖਾਇਆ ਨਾ। ਕਿੰਨੇ ਸਿੱਖ ਆਏ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਇੱਕ ਲੰਬੀ ਗਿਣਤੀ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਪਿਆਰੇ ਸਿੱਖਾਂ ਦੀ ਇੱਕ ਲੰਬੀ ਕਤਾਰ ਹੈ। ਗੁਰੂ ਅਮਰਦਾਸ ਪਾਤਸ਼ਾਹ ਦੇ ਗੁਰਮੁਖ ਪਿਆਰਿਆਂ ਦੀ ਇੱਕ ਲੰਬੀ ਲੜੀ ਹੈ। ਗੁਰੂ ਰਾਮਦਾਸ ਮਹਾਰਾਜ ਨੂੰ ਦੇ ਚਰਨਾਂ 'ਚ ਜਿਨ੍ਹਾਂ ਨੇ ਆਨੰਦ ਮਾਣਿਆ, ਅਰਦਾਸਾਂ ਕੀਤੀਆਂ, ਇਹਨਾਂ ਸਿੱਖਾਂ ਦੇ ਜੀਵਨ ਵਿੱਚੋਂ ਹੀ ਇਹਨਾਂ ਨੇ ਕਿਵੇਂ ਅਰਦਾਸਾਂ ਕੀਤੀਆਂ, ਕਿਵੇਂ ਗੁਰੂ ਨੂੰ ਰਿਝਾਇਆ, ਕਿਵੇਂ ਗੁਰੂ ਨੂੰ ਖੁਸ਼ ਕੀਤਾ, ਕਿਵੇਂ ਗੁਰੂ ਦੀ ਨੇੜਤਾ ਹਾਸਲ ਕੀਤੀ। ਆਹੀ ਤਾਂ ਸਿੱਖਣਾ ਆਪਾਂ। ਇੱਕ ਇੱਕ ਸਿੱਖ ਦੇ ਜੀਵਨ ਵੱਲ ਝਾਤ ਮਾਰਾਂਗੇ ਕਿ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚੋਂ ਅਸੀਂ ਉਹਨਾਂ ਗੁਰਸਿੱਖਾਂ ਦੇ ਨਾਵਾਂ ਦਾ ਜਦੋਂ ਜ਼ਿਕਰ ਕਰਾਂਗੇ, ਉਹਨਾਂ ਦੇ ਇਤਿਹਾਸ ਨੂੰ ਵਾਚਾਂਗੇ ਵੀ ਫਲਾਣੇ ਫਲਾਣੇ ਸਮੇਂ ਤੇ ਕਿਹੜੇ ਕਿਹੜੇ ਸਿੱਖ ਨੇ ਕੀ ਕੀ ਅਰਦਾਸ ਕੀਤੀ, ਸਤਿਗੁਰੂ ਨੇ ਕਿਵੇਂ ਪੂਰੀ ਕੀਤੀ। ਤਾਂ ਹੀ ਸਾਡਾ ਅਰਦਾਸ ਤੇ ਹੋਰ ਵਿਸ਼ਵਾਸ ਪੱਕਾ ਹੋਏਗਾ। ਅਰਦਾਸ ਨਾਲ ਸਾਡੀ ਹੋਰ ਨੇੜਤਾ, ਹੋਰ ਜਿਹੜੀ ਭਾਵਨਾ ਹੋਰ ਜੁੜੇਗੀ। ਮਹਾਰਾਜ ਕਹਿੰਦੇ ਆ ਧੰਨ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ, ਜਿਨ੍ਹਾਂ ਨੂੰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਕਹਿ ਰਿਹਾ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦੇ ਗੁਨਾ ਸਤ ਭੈਣ ਭਾਰਾਵ ਹੈ ਪਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਓ ਨੂੰ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣਾ ਚਵਰ ਛਤਰ ਤਖਤ ਭਾਈ ਲਹਿਣਾ ਜੀ ਨੂੰ ਬਖਸ਼ ਦਿੱਤਾ। ਚਵਰ ਛਤਰ ਤਖਤ ਦੇ ਮਾਲਕ ਭਾਈ ਲਹਿਣਾ ਜੀ ਨੂੰ ਬਣਾ ਦਿੱਤਾ। ਹੁਣ ਭਾਈ ਲਹਿਣਾ ਜੀ, ਬਾਬਾ ਲਹਿਣਾ ਜੀ ਇਸ ਚਵਰ ਛਤਰ ਤਖਤ ਦੇ ਮਾਲਕ ਬਣਦੇ ਕਿਵੇਂ ਆ? ਇੱਕ 7 ਸਾਲ ਦੀ ਘਾਲਣ ਹੈ, ਇੱਕ 7 ਸਾਲ ਦੀ ਸੇਵਾ ਹੈ, ਇੱਕ 7 ਸਾਲ ਹੁਕਮ ਵਿੱਚ, ਆਗਿਆ ਵਿੱਚ, ਨਿਯਮ ਮਰਿਆਦਾ ਵਿੱਚ ਚੱਲ ਕੇ ਕੀਤੀ ਹੋਈ ਸੇਵਾ, ਕੀਤਾ ਹੋਇਆ ਸਿਮਰਨ, ਔਰ ਵੱਡੀ ਗੱਲ ਸੇਵਾ ਸਿਮਰਨ ਕਰਦਿਆਂ, ਅਰਦਾਸ ਕਰਦਿਆਂ ਗੁਰੂ ਦੇ ਹੁਕਮ ਵਿੱਚ ਰਹੇ। ਬਾਬਾ ਲਹਿਣਾ ਜੀ ਦਾ ਪ੍ਰਕਾਸ਼ 1504 ਵਿੱਚ ਸਰਾਏ ਨਾਗਾ ਦੀ ਧਰਤੀ, ਜਿਹਨੂੰ ਨਾਗੇ ਦੀ ਸਰਾਂ, ਮੱਤੇ ਦੀ ਸਰਾਂ ਵੀ ਕਿਹਾ ਜਾਂਦਾ। ਇੱਕ ਨਾਗਾ ਸਾਧੂ ਸੀ, ਉਹਦੀ ਸਰਾਂ ਇੱਕ ਉੱਚਾ ਥੇ ਸੀ। ਜਦੋਂ ਕੋਟਕਪੂਰੇ ਤੋਂ ਮੁਕਤਸਰ ਸਾਹਿਬ ਨੂੰ ਜਾਈਏ, ਰਸਤੇ ਵਿੱਚ ਆਉਂਦਾ ਇੱਕ ਕਾਫੀ ਕਸਬਾ ਬਣਿਆ ਹੋਇਆ ਹੈ, ਬਾਬਾ ਫੇਰੂ ਜੀ ਦੇ ਘਰ ਇਹਨਾਂ ਦਾ ਪ੍ਰਕਾਸ਼ ਹੁੰਦਾ। ਘਰ ਵਿੱਚ ਦੁਕਾਨਦਾਰੀ ਦਾ ਕੰਮ ਹੈ, ਵਣਜ ਵਪਾਰ ਦਾ ਕੰਮ ਹੈ, ਨਾਲ ਨਾਲ ਧਰਮ ਵੀ ਕਮਾਇਆ ਜਾ ਰਿਹਾ। ਵੈਸ਼ਨੋ ਦੇਵੀ ਦੇ ਚਾਲੇ ਜਾਂਦੇ, ਇਹਨਾਂ ਦੇ ਪਿਤਾ ਬਾਬਾ ਫੇਰੂ ਜੀ ਇੱਕ ਜਥਾ ਲੈ ਕੇ ਜਾਂਦੇ ਆ। ਇਹ ਨਾਲ ਨਾਲ ਇੱਕ ਧਰਮ ਦਾ ਕਰਮ ਵੀ ਹੋ ਰਿਹਾ, ਨਾਲ ਨਾਲ ਆਪਣੇ ਜਿਹੜੀ ਪਰਿਵਾਰ ਦੀ ਉਪਜੀਵਕਾ ਵਾਸਤੇ, ਪਰਿਵਾਰ ਦੀ ਪ੍ਰਤਪਾਲਣਾ ਵਾਸਤੇ ਕਿਰਤ ਵੀ ਹੋ ਰਹੀ ਆ। ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਸਿੱਖੀ ਦੇ ਵਿਹੜੇ ਵਿੱਚ ਸਭ ਤੋਂ ਪਹਿਲਾਂ ਕਿਹਾ ਕਿਰਤ ਕਰੋ। ਕਿਰਤ ਨੂੰ ਮਹਾਨਤਾ, ਕਿਰਤ ਮਤਲਬ ਮਿਹਨਤ, ਘਾਲਣਾ। ਵੇਲਿਆਂ ਨੂੰ ਕੋਈ ਥਾਂ ਨਹੀਂ ਹੈ। ਵੇਲਿਆਂ ਨੂੰ ਤਾਂ ਪਾਤਸ਼ਾਹ ਕਹਿੰਦੇ ਤਾਂ ਕੰਮ ਚੋਰਟੇ ਲੋਕ ਨੇ। ਕੰਮ ਤੋਂ ਬਚਣ ਵਾਸਤੇ ਧਰਮ ਦਾ ਲਿਬਾਸ ਪਾ ਕੇ ਵਿਹਲੇ ਬੈਠੇ ਆ, ਲੋੜ ਹੁੰਦੀ ਆ ਲੋਕਾਂ ਦੇ ਘਰਾਂ 'ਚ ਮੰਗਣ ਚਲੇ ਜਾਂਦੇ ਆ। ਜਿਹੜੇ ਗ੍ਰਸਤੀਆਂ ਨੂੰ ਜੋਗੀ ਨਿੰਦ ਰਹੇ ਸਨ, ਜਦੋਂ ਲੋੜ ਪੈਣੀ ਉਹਨਾਂ ਦੇ ਘਰਾਂ 'ਚ ਮੰਗਣ ਚਲੇ ਜਾਣਾ। ਮਹਾਰਾਜ ਸਾਹਿਬ ਕਹਿੰਦੇ ਤੁਸੀਂ ਗ੍ਰਸਤ ਤੋਂ ਨਫ਼ਰਤ ਕਰਦੇ ਹੋ, ਗ੍ਰਸਤੀਆਂ ਤੋਂ ਨਫ਼ਰਤ ਕਰਦੇ ਹੋ, ਜਦੋਂ ਕਿਸੇ ਚੀਜ਼ ਦੀ ਲੋੜ ਆ ਫਿਰ ਇਹਨਾਂ ਦੇ ਘਰ ਮੰਗਣ ਕਿਉਂ ਜਾਂਦੇ ਹੋ? ਤੁਸੀਂ ਕੋਈ ਚੇਲਾ ਆਪਣਾ ਬਣਾਉਣਾ ਹੋਵੇ, ਉਹ ਗ੍ਰਸਤੀਆਂ ਦਾ ਬੱਚੇ ਲੈ ਕੇ ਆਉਂਦੇ ਹੋ ਨਾ। ਫਿਰ ਜੇ ਇਹਨਾਂ ਬਿਨਾਂ ਤੁਹਾਡਾ ਸਰਦਾ ਨਹੀਂ, ਫਿਰ ਨਫ਼ਰਤ ਕਿਉਂ? ਗੁਰੂ ਨਾਨਕ ਸਾਹਿਬ ਕਹਿੰਦੇ ਆ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਭਾਈ ਗੁਰਦਾਸ ਸਾਹਿਬ ਨੇ ਠੀਕ ਆ, ਆਪ ਨਹੀਂ ਗ੍ਰਸਤ ਧਰਮ ਅਪਣਾਇਆ, ਲੇਕਿਨ ਗ੍ਰਸਤ ਨੂੰ ਨਿੰਦਿਆ ਨਹੀਂ। ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ, ਗ੍ਰਸਤ ਨੂੰ ਪ੍ਰਧਾਨਤਾ ਦਿੱਤੀ। ਪਰਿਵਾਰ, ਬੱਚੇ, ਜੋ ਇੱਕ ਜ਼ਿੰਮੇਵਾਰੀ ਪਰਮਾਤਮਾ ਵੱਲੋਂ ਲੱਗ ਗਈ, ਉਹਦੇ ਤੋਂ ਭੱਜਣਾ ਨਹੀਂ। ਉਹ ਉਸ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ, ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ, ਉਹਦੇ ਅੱਗੇ ਹਰ ਵੇਲੇ ਅੱਠੇ ਪਹਿਰ ਸ਼ੁਕਰਾਨਾ ਕਰਦਿਆਂ, ਉਹਦਾ ਸਿਮਰਨ ਕਰਦਿਆਂ, ਉਹਦੀ ਯਾਦ ਵਿੱਚ ਜੁੜਿਆਂ ਨਾਲ ਨਾਲ ਕਿਰਤ ਕਰਦਿਆਂ, ਪਰਿਵਾਰ ਨੂੰ ਵੀ ਪਾਲਣਾ ਤੇ ਆਪਣੇ ਅੰਦਰਲੇ ਜੀਵਨ ਦੀ ਇਹਦੀ ਵੀ ਪਰਵਰਿਸ਼ ਕਰਨੀ ਹੈ। ਇਕੱਲੇ ਬਾਹਰ ਤੱਕ ਵੀ ਸੀਮਤ ਨਹੀਂ ਰਹਿ ਜਾਣਾ। ਜਿੰਨੀ ਅਸੀਂ ਧਿਆਨ ਲਾ ਕੇ ਪਰਿਵਾਰ ਦੀ ਪ੍ਰਤਪਾਲਣਾ ਕਰਦੇ ਹਾਂ, ਮਹਾਰਾਜ ਕਹਿੰਦੇ ਉਨਾ ਧਿਆਨ ਆਪਣੇ ਅੰਦਰਲੇ ਜੀਵਨ ਨੂੰ ਸੰਭਾਲਣ ਵਾਸਤੇ ਨਹੀਂ ਅਸੀਂ ਲਾਉਂਦੇ। ਸਾਡੇ ਦੋ ਜੀਵਨ ਨੇ, ਇੱਕ ਬਾਹਰ ਹੈ, ਇੱਕ ਅੰਦਰ ਹੈ। ਇੱਕ ਬਾਹਰਲੀ ਦੁਨੀਆ, ਇੱਕ ਅੰਦਰਲੀ ਦੁਨੀਆ, ਇੱਕ ਬਾਹਰਲਾ ਪੱਖ ਹੈ, ਇੱਕ ਅੰਦਰਲਾ ਪੱਖ ਹੈ।
ਬਾਹਰਲੇ ਪੱਖ ਵੱਲ ਤਾਂ ਬਹੁਤਿਆਂ ਦਾ ਧਿਆਨ ਹੈ, ਹਰ ਪੱਖ ਤੋਂ ਬੰਦਾ ਧਿਆਨ ਰੱਖਦਾ ਹੈ, ਪਰ ਅੰਦਰਲੇ ਪੱਖ ਵੱਲ ਕਿਸੇ ਦਾ ਧਿਆਨ ਨਹੀਂ, ਅੰਦਰਲੀ ਦੁਨੀਆ ਵੱਲ ਕਿਸੇ ਦਾ ਧਿਆਨ ਨਹੀਂ, ਜਦ ਕਿ ਲੁੱਟ ਅੰਦਰ ਹੋ ਰਹੀ ਹੈ 24 ਘੰਟੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁਟੈ ਮਨ ਮੁਖ ਨਹੀਂ ਬੁਝੈ, ਕੋਈ ਨਾ ਸੁਣੈ ਪੁਕਾਰਾ। ਇਹਨਾਂ ਚੋਰਾਂ ਤੋਂ ਹੋ ਰਹੀ ਲੁੱਟ ਨੂੰ ਬਚਾਉਣਾ ਕਿਵੇਂ ਆ? ਲੁੱਟ ਉਦੋਂ ਹੁੰਦੀ ਹੈ ਜਦੋਂ ਘਰ ਦਾ ਮਾਲਕ ਸੌਂ ਜਾਏ, ਨੈਣ ਸੋਏ। ਪਾਤਸ਼ਾਹ ਕਹਿੰਦੇ श्रवण सोए सुन निंद विचार, नैन सोए पर दृष्ट विकार, रसना सोई लोभ मीठे साध मन सोया माया विस्माद। इस ग्रह में कोई जागत रहे साबत वस्तु अपनी लहे, कोई जागदा होवे इस घर च जिहड़ा अपना समान बचा ले, नहीं तो लुट हो रही है, वड्डी लुट है। बाहर लुट्टां हुंदियां पूरियां हो जांदियां, जे अंदरले जीवन दे शुभ गुणां दी लुट उदों हुंदी आ हर बिसरत तेरे गुण गलिया, जदों कोई रब्बी याद नूं भुलदा है। रब्बी याद की अरदास, जदों इंसान परमात्मा अगे अरदास करनी भी जरूरी नहीं समझदा, उदों इहदी बर्बादी शुरू हो जाती है। अरदास करके उहदे भरोसा भी पूरा होना चाहिए। बाबा लैणा जी का प्रकाश हुंदा 1504 विच, घर की जिम्मेवारी नूं संभालदे आ, मत्ते दी इह सराय नागा इत्थे उजाड़ा पैंदा है, इधर हरी के पत्तण तो अगे नेड़े वस जांदे आ, रब दा सबब बनदा है। माता कीवी जी नाल खंडूर पिंड विच बाबा लैणा जी की शादी हुंदी है ते अपना वसेबा खंडूर कर लैंदे आ, ते जिन्हें कल खंडूर साहब बनना है तां उस खंडूर दे विच ही दुकान भी कर लग पे, अपनी किरत भी कर लग, और उत्थों ही वैष्णो देवी दे चाले भी जान लग पे। एक दिन वक्त आया, एक दिन जीवन ने मोड़ कटिया, एक दिन एक गुरसिख तो शब्द सुने सन, जित सेविया सुख पाईए सो साहिब सदा संभालीए। आ शब्दां ने बाबा लैणा जी के कदमां नूं रोक लिया, आ शब्दां ने बाबा लैणा जी नूं सोचण लई मजबूर कर दिता। इन्हां शब्दां ने बाबा लैणा जी दे जिवें कहंदे आ कि अंदर सुते हुए मन नूं एकदम हलूणा दे के जगा दिता। कोई ऐसा गुरु भी है जिहदी सेवा करके, जिहनूं सिमर के सदैव काल लई कोई सुख मिल जाए, अंदर तन मन निहाल हो जाए, मन पवित्र हो जाए, जीवन निर्मल हो जाए, जीवन सफल हो जाए। जिधरों आवाज आई उधर में चले गए। सामने एक भाई जोध नाम का सिख बाणी पढ़ रहा अमृत वेले। पुराने समय गुरसिखां नूं बाणी बहुत कंठ हुंदी सी, वो मोटरां ते उन्हां ने खेत बन्ने रहना, खेतां नूं पानी लाउणा, खेतां नूं संभालना, नाल नाल बाणी पढ़दे रहना। घरां च बीबियां ने अपने माल डंगर नूं संभालना, दुध चोना, धारां कड्ढणियां, मधाणी च नेत्रा पा के रिड़कना, नाल नाल बाणी पढ़दे रहना। तां ही उन्हां घरां विच कदे भाई तारू सिंह दा जन्म, कदे बाबा दीप सिंह साहब दा जन्म, कदे शहीद भाई मनी सिंह दा जन्म, कदे सुखा सिंह महताब सिंह दा जन्म। एडे उच्च कोटि दे महान योधे सूरमिਆਂ ਦਾ उन्हां घरां च प्रकाश फिर जन्म हुंदा, क्योंकि चंगियां रूहां नूं जन्म लैण वास्ते चंगा माहौल चाहिदा है ते माड़ियां रूहां वास्ते बहुत माड़ा माहौल चाहिए। दोवां रूहां नूं छेती मां बाप नहीं लभदे। तां ही तां मारे कहंदे आ इस देही को सिमरै देव, ओ देव रूहां जिन्हां दे अंदर नाम दा दीवा जगिया, इन्नियां पाक पवित्र रूहां, उन्हां नूं छेती मां बाप वो माहौल नहीं लभदा जिथे जाके वो जन्म लै लैण। समा लगदा उन्हां लई, ओहो जी कुख तैयार होने वास्ते समा लगदा है। खैर बाबा लैणा जी ने शब्द सुने, पूछया बई ये शब्द किहदे आ? उन्हां कहा जी ये शब्द ने धन गुरु नानक देव पातशाह दे। किथे रहिंदे आ? करतारपुर साहब की धरती ते। मैं बेनती ये करनी आ फिर अंगद गुर ते अमरदास कल इहदी बेनती कल होएगी, अज फिर अंगद गुर ते सिर्फ, क्योंकि धन गुरु गोबिंद सिंह साहब पातशाह कह रहे आ प्रितम भगौती सिमर कै गुरु नानक लई ध्याए, फिर अंगद गुर ते भाई। जे गुरु अंगद देव पातशाह की असीं मदद चाहुंदे आ, गुरु अंगद देव पातशाह की सहायता मंगदे आ, गुरु अंगद देव पातशाह का साथ मंगदे आ, फिर की करिए? किवें साथ मिल सकता है, किवें संबंध जुड़ सकता है, किवें गुरु अंगद देव पातशाह साडे कारजां विच सहाई हो सकदे आ? पर वो सहायता करन दे काबिल बनन वास्ते उन्होंने आप भी अरदासां कीतियां। एक सिख तो शब्द सुन उन्होंने कहा मैनू लैके चल उस गुरु कोल। किथे रहिंदे आ? उन्होंने 10 भाई रस्ता दसिया। वो कहंदे बाबा लैणा जी जां तां आप चले जाओ, मैं तुहानूं राह दस दिता है, ते जे आप नहीं जाना घर च बैठ के अरदासां करो, आप ही आ जाणगे। घरे बैठ के याद कर लो, वो आप ही आ जाणगे। जे तुसीं नहीं ना जा सकदे, मेरा गुरु एडा सतबख्शंद सा मेहरबाना, तुसीं घरे बैठ के अरदास दे राही उहनूं अपने घर च बुला सकदे हो। जे जाना चाहो तो जा भी सकते हो।
ਬਾਬਾ ਲਹਿਣਾ ਜੀ ਨੇ ਇੱਕ ਤਾਂ ਇਹ ਸ਼ਬਦ ਸੁਣਿਆ ਭਾਈ ਜੋਧ ਤੋਂ, ਆਸਾ ਕੀ ਵਾਰ ਦਾ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਤੇ ਦੂਜਾ ਜਿਹੜਾ ਬਾਬਾ ਲਹਿਣਾ ਜੀ ਨੇ ਇੱਕ ਦੁਕਾਨ ਕਰਦੇ ਆ, ਇੱਕ ਇਹਨਾਂ ਦੀ ਦੁਕਾਨ ਤੇ ਬੜਾ ਗਰੀਬੜਾ ਸਿੱਖ ਨਾ ਹਰ ਰੋਜ਼ ਰਾਸ਼ਨ ਲੈਣ ਆਉਂਦਾ। ਉਹਨੇ ਜਿੰਨਾ ਕੁ ਦਿਹਾੜੀ ਚ ਵਟਕ ਵਟਣੀ, 1 ਪੈਸਾ 2 ਪੈਸੇ 1 ਟਕਾ ਕਹਿ ਲਓ ਜਾਂ 2 ਟਕੇ, ਜਿੰਨਾ ਕੁ ਉਹਦੇ ਕੋਲ ਹੋਣਾ ਉਹਨੇ ਉਨਾ ਹੀ ਰਾਸ਼ਨ ਲੈ ਕੇ ਜਾਣਾ, ਨਾ ਵੱਧ ਨਾ ਘੱਟ। ਕੁਦਰਤੀ ਖੇਡ ਵਰਤੀ ਕੇ 2-3 ਦਿਨ ਦਿਹਾੜੀ ਨਾ ਲੱਗੀ, ਬਿਮਾਰ ਹੋ ਗਏ। ਜਦੋਂ ਹੁਣ ਦਿਹਾੜੀ ਤੇ ਤਾਂ ਕੰਮ ਬੜਾ ਜ਼ੋਰ ਦਾ, ਪਤਾ ਨਹੀਂ ਮਾਲਕ ਨੇ ਕਿਹੜਾ ਕੰਮ ਦੇ ਦੇਣਾ। ਸਰੀਰ ਤੰਦਰੁਸਤ ਹੋਏਗਾ, ਜਾਨ ਹੋਏਗੀ ਤਾਂ ਹੀ ਕੋਈ ਕੰਮ ਕਰ ਸਕਾਂਗੇ। ਬੁਖਾਰ ਹੋਣ ਦੇ ਬਾਵਜੂਦ ਦਿਹਾੜੀ ਨਹੀਂ ਲੱਗੀ, ਪੈਸਾ ਨਹੀਂ ਆਇਆ ਤੇ ਘਰ ਵਿੱਚ ਰਾਸ਼ਨ ਵੀ ਨਹੀਂ ਆਇਆ। ਘਰ ਵਿੱਚ ਇੱਕ ਘਰ ਵਾਲੀ ਹੈ, ਇੱਕ ਛੋਟੀ ਜੀ ਬੱਚੀ ਹੈ, ਇੱਕ ਇਹ ਆਪ ਹੈ। ਘਰ ਵੀ ਇੱਕ ਝੌਂਪੜੀ ਵਰਗਾ ਘਰ ਬਣਾਇਆ ਹੋਇਆ ਹੈ। ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਕਿਵੇਂ ਪ੍ਰਭਾਵਿਤ ਹੋ ਰਹੇ ਆ? ਇਸ ਸਿੱਖ ਦੇ ਜੀਵਨ ਨੂੰ ਇੱਕ ਭਾਈ ਜੋਧ ਜਿਹੜਾ ਬਾਣੀ ਪੜ ਰਿਹਾ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲਪੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇੱਕ ਪਾਸੇ ਸ਼ਬਦ ਸੁਣਿਆ ਵੀ ਸਿੱਖ ਤੋਂ ਸੁਣਿਆ, ਇੱਕ ਪਾਸੇ ਸਿੱਖ ਦਾ ਹੁਣ ਜੀਵਨ ਵੇਖ ਰਿਹਾ। ਫਿਰ ਅੰਗਦ ਗੁਰ ਤੇ ਬਾਬਾ ਲਹਿਣਾ ਜੀ ਨੇ ਗੁਰੂ ਅੰਗਦ ਸਾਹਿਬ ਪੜ੍ਹਨਾ, ਲੇਕਿਨ ਗੁਰੂ ਕੋਲੇ ਚੱਲੇ ਆ, ਜਾਣ ਤੋਂ ਪਹਿਲਾਂ ਕੋਈ ਸ਼ੰਕਾ ਨਾ ਮਨ ਚ ਰਹਿ ਜਾਏ। ਗੁਰੂ ਕੋਲੋਂ ਜੇ ਕੁਝ ਲੈਣ ਜਾਣਾ, ਕੋਈ ਸ਼ੰਕਾ ਨਾ ਮਨ ਚ ਰਹਿ ਜਾਏ। ਸ਼ੰਕਾ ਤੇ ਸ਼ਰਧਾ ਇਕੱਠੇ ਨਹੀਂ ਰਹਿ ਸਕਦੇ। ਅਰਦਾਸ ਕਰਨ ਲੱਗਿਆ ਵੀ ਸ਼ਰਧਾ ਭਾਵਨਾ, ਇਸੇ ਕਰਕੇ ਕਿਹਾ ਭਾਵਨਾ ਹੋਵੇ, ਨਿਮਰਤਾ, ਆਤਮ ਸਮਰਪਣ। ਜੇ ਅਰਦਾਸ ਕਰਦਿਆਂ ਵੀ ਸ਼ੰਕਾ ਮਨ ਚ, ਫਿਰ ਕਰੀ ਜਾਓ। ਇੱਕ ਵਾਰ ਅੱਖਰਾਂ ਦਾ ਸ਼ਿੰਗਾਰ ਹੋਏਗਾ, ਸ਼ਬਦਾਂ ਦਾ ਸ਼ਿੰਗਾਰ ਹੋਏਗਾ, ਗੱਲ ਤਾਂ ਭਾਵਨਾ ਨਾਲ ਬਣਨੀ ਹੈ। ਇਕੱਲੇ ਸ਼ਬਦਾਂ ਦੇ ਸ਼ਿੰਗਾਰ ਕੁਝ ਨਹੀਂ ਸਵਾਰਦੇ। 3 ਦਿਨਾਂ ਬਾਅਦ ਇਹ ਸਿੱਖ ਦੀ ਦਿਹਾੜੀ ਲੱਗੀ, ਜਿੰਨੇ ਕਿ 1-2 ਟਕੇ ਬਣੇ। ਬਾਬਾ ਲਹਿਣਾ ਜੀ ਦੀ ਦੁਕਾਨ ਤੇ ਗਏ, ਅੱਗੇ ਪਿੱਛੇ ਇਹਨਾਂ ਨੇ ਦੁਕਾਨ ਅੱਗੋਂ ਲੰਘਣਾ। ਬਾਬਾ ਲਹਿਣਾ ਜੀ ਨੂੰ ਲੱਗਣਾ ਵੀ ਸ਼ਾਇਦ ਇਹ ਕੋਈ ਨਾਰਾਜ਼ ਹੈ, ਮੇਰੇ ਤੋਂ ਵੱਧ ਘੱਟ ਤੋਲਿਆ ਗਿਆ ਹੋਣਾ। 3-4 ਦਿਨ ਏਦਾਂ ਹੀ ਲੰਘਦੇ ਰਹੇ, ਪਰ ਜਦੋਂ ਚੌਥੇ ਦਿਨ ਲੈਣ ਵਾਸਤੇ ਗਏ, ਇਹਨਾਂ ਨੇ ਉਹ ਟਕਾ ਜਿੰਨੇ ਕੁ ਪੈਸੇ ਸੀ ਉਹ ਫੜਾਏ ਤੇ ਕਿਹਾ ਜੀ ਰਾਸ਼ਨ ਦੇ ਦਿਓ। ਉਹਨਾਂ ਨੇ ਪੈਸੇ ਇੰਨੇ ਥੋੜੇ ਸੀ ਕਿ ਇੱਕ ਡੰਗ ਦਾ ਪ੍ਰਸ਼ਾਦਾ ਬਣਨਾ ਵੀ ਮੁਸ਼ਕਲ ਸੀ। ਉਹਨਾਂ ਨੇ ਤਰਸ ਦੇ ਆਧਾਰ ਤੇ 3-4 ਮੁੱਠੀਆਂ ਆਟੇ ਦੀਆਂ ਵੱਧ ਪਾ ਦਿੱਤੀਆਂ, ਥੋੜੀ ਜੀ ਦਾਲ ਵੱਧ ਪਾ ਦਿੱਤੀ, ਥੋੜਾ ਜਿਹਾ ਲੂਣ ਮਿਰਚ ਮਸਾਲਾ ਖੰਡ ਚਾਹ ਜੋ ਚਾਹੀਦਾ ਸੀਗਾ ਪੈਸਿਆਂ ਨਾਲੋਂ ਵੱਧ ਦੇ ਦਿੱਤਾ। ਬਾਬਾ ਲਹਿਣਾ ਜੀ ਜਦੋਂ ਸਮਾਨ ਦਿੱਤਾ, ਉਸ ਸਿੱਖ ਨੇ ਚੁੱਕਿਆ ਤੇ ਉਹਨੂੰ ਭਾਰ ਜ਼ਿਆਦਾ ਲੱਗਿਆ। ਉਹ ਕਹਿੰਦਾ ਵੀ ਜਿੰਨੇ ਮੈਂ ਪੈਸੇ ਦਿੱਤੇ ਆ, ਸਮਾਨ ਮੈਨੂੰ ਉਹਦੇ ਨਾਲੋਂ ਜ਼ਿਆਦਾ ਲੱਗਦਾ। ਮੈਂ ਰੋਜ਼ ਆਪਣੇ ਹੱਥਾਂ ਨਾਲ ਚੱਕਦਾ, ਮੈਨੂੰ ਭਾਰ ਤੋਂ ਪਤਾ ਲੱਗ ਜਾਂਦਾ ਕਿੰਨਾ ਕੁ ਹੈ, ਅੱਜ ਮੈਨੂੰ ਜ਼ਿਆਦਾ ਲੱਗਦਾ। ਉਹ ਕਹਿੰਦਾ ਜੀ ਹਾਂ, ਮੈਂ ਆਪਣੀ ਮਰਜ਼ੀ ਨਾਲ ਹੀ ਜ਼ਿਆਦਾ ਪਾਇਆ। ਮੈਨੂੰ ਤਰਸ ਆ ਗਿਆ ਵੀ ਇੱਕ ਡੰਗ ਦਾ ਪ੍ਰਸ਼ਾਦਾ ਤਾਂ ਬਣੇ ਨਾ। ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਆਏ ਕਿਉਂ ਨਹੀਂ? ਉਹ ਕਹਿੰਦੇ ਮੈਂ ਬਿਮਾਰ ਸੀ, ਦਿਹਾੜੀ ਤੇ ਜਾ ਨਹੀਂ ਸਕਿਆ, ਪੈਸੇ ਨਹੀਂ ਸੀ, ਫਿਰ ਰਾਸ਼ਨ ਵੀ ਕਾਹਦਾ ਲੈ ਕੇ ਆਉਣਾ ਸੀ। ਅੱਜ ਮੈਂ ਠੀਕ ਹੋਇਆ, ਦਿਹਾੜੀ ਲੱਗੀ, ਪੈਸੇ ਆਏ ਤੇ ਮੈਂ ਰਾਸ਼ਨ ਲੈਣ ਆ ਗਿਆ। ਘਰ ਵਿੱਚ ਇੱਕ ਮੇਰੀ ਛੋਟੀ ਜੀ ਬੱਚੀ ਹੈ, ਇੱਕ ਮੇਰੀ ਧਰਮ ਪਤਨੀ ਹੈ, 3 ਜਾਣੇ ਅਸੀਂ ਰਹਿੰਦੇ ਆ। ਤੇ ਉਹਦੇ ਮਨ ਚ ਆਇਆ ਵੀ 3 ਦਿਨਾਂ ਦੇ ਭੁੱਖੇ ਆ, ਤੇ ਜਿੰਨਾ ਕਿਹਦੇ ਕੋਲੇ ਪੈਸੇ ਆ, ਇੱਕ ਡੰਗ ਦਾ ਪ੍ਰਸ਼ਾਦਾ ਨਹੀਂ ਬਣਨਾ, ਘੱਟੋ ਘੱਟ 2-3 ਡੰਗ ਤਾਂ ਪ੍ਰਸ਼ਾਦਾ ਬਣੇ, ਜਾਂ ਇਹ ਇੱਕ ਡੰਗ ਤਾਂ ਰੱਜ ਕੇ ਛਕ ਲੈਣ। ਉਹ ਕਹਿੰਦੇ ਜੀ ਮੈਨੂੰ ਤਰਸ ਆਇਆ, ਤਰਸ ਕਰਕੇ ਮੈਂ ਜ਼ਿਆਦੇ ਪਾ ਦਿੱਤਾ। ਉਹ ਸਿੱਖ ਕਹਿੰਦਾ ਨਹੀਂ, ਮੈਨੂੰ ਤੇਰੇ ਤਰਸ ਦੀ ਲੋੜ ਨਹੀਂ, ਮੈਨੂੰ ਗੁਰੂ ਨਾਨਕ ਦਾ ਤਰਸ ਹੀ ਬਹੁਤ ਆ। ਮੈਨੂੰ ਤੇਰੇ ਤਰਸ ਦੀ ਲੋੜ ਨਹੀਂ, ਤੂੰ ਤਾਂ ਅੱਜ ਤਰਸ ਕੀਤਾ, ਕੱਲ ਤੈਨੂੰ ਤਰਸ ਨਾ ਆਇਆ, ਫਿਰ ਮੈਂ ਕੀ ਕਰਾਂਗਾ? ਕੱਲ ਤੂੰ ਇੱਥੇ 4 ਬੰਦਿਆਂ 'ਚ ਖੜਾ ਕਹਿ ਦੇ ਭਾਈ ਨਹੀਂ ਤੇਰੇ ਪੈਸੇ ਘੱਟ ਆ, ਮੈਂ ਸਮਾਨ ਵੱਧ ਕਿਉਂ ਦੇਵਾਂ? ਤੇਰਾ ਤਰਸ ਪਤਾ ਨਹੀਂ ਕਿੱਦੇ ਦੌੜ ਜਾਣਾ ਹੈ। ਮੈਨੂੰ ਗੁਰੂ ਨਾਨਕ ਦਾ ਤਰਸ ਬਹੁਤ ਹੈ, ਜਿਹੜਾ ਹਰ ਵੇਲੇ ਹੀ ਤਰਸ ਦੇ ਘਰ 'ਚ ਰਹਿੰਦਾ, ਜਿਹੜਾ ਕਦੇ ਸਖਤੀ 'ਚ ਆਉਂਦਾ ਹੀ ਨਹੀਂ, ਹਰ ਵੇਲੇ ਇੱਥੇ ਪਹਿਰ ਉਹਦਾ ਤਰਸ। ਮੈਨੂੰ ਤੇਰੇ ਤਰਸ ਦੀ ਲੋੜ ਨਹੀਂ, ਜਿੰਨੇ ਪੈਸੇ ਦਿੱਤੇ ਆ ਸਮਾਨ ਉਹਨਾਂ ਦੇ, ਬਾਕੀ ਤੂੰ ਕੱਢ ਲੈ। ਬਾਬੇ ਲੈਣੇ ਨੂੰ ਕਹਿੰਦਾ ਨਹੀਂ ਨਹੀਂ ਤੁਸੀਂ ਲੈ ਜਾਓ। ਕਹਿੰਦੇ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਆ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਸਾਨੂੰ ਪਰਾਇਆ ਹੱਕ ਖਾਣਾ। ਉਹਨਾਂ ਕੀ ਖਾਣ ਦਾ ਹੁਕਮ ਹੈ? ਜਿੰਨਾ 10 ਨੌਹਾਂ ਦੀ ਕਿਰਤ ਨਾਲ ਕਮਾਇਆ ਹੋਵੇ। ਇਹ ਤੇਰਾ ਦਿੱਤਾ ਹੋਇਆ ਪਰਾਇਆ ਹੱਕ ਬਣ ਜਾਏਗਾ। ਮੇਰਾ ਸਿਮਰਨ 'ਚ ਮਨ ਨਹੀਂ ਲੱਗਣਾ, ਮੇਰਾ ਅਰਦਾਸ ਵਿੱਚ ਮਨ ਨਹੀਂ ਲੱਗਣਾ। ਮੈਨੂੰ ਜੋ ਚਾਹੀਦਾ ਹੋਇਆ ਮੈਂ ਅਰਦਾਸ ਕਰਕੇ ਗੁਰੂ ਤੋਂ, ਪ੍ਰਮਾਤਮਾ ਤੋਂ ਮੰਗ ਲੈਣਾ।
मैनू तेरे तरस की लोड़ नहीं, इसलिए तू कढ़ लै। उन्हें चलो बाबा लैणा जी ने समान कढ़ लिया। उन्हें क्या वेखा तो सी जिन्नियां चंगियां गल्लां करदा इन्ना चंगा जीवन है भी है कि नहीं। वो सिख अपने घर नूं जा रहा, बाबा लैणा जी दुकान बंद करके हौली हौली पिछे चले गए। कहना मैं वेखदा 3 दिनां दे भुखे इन्ने क प्रसादे नाल किवें सारनगे, तां लड़नगे आपस च। जीवन किवें बदलदा है, जीवन गुरु दे नेड़े किवें हुंदा है। ये सिख जदों घरे गया, घर वाली ने हुण जिन्ना क बनना सी उहदे 3 क प्रसादे बने। जदों तैयार होया उहने सद्दा दिता ते ये सिख, इहदा नाम है भाई सिंहा। भाई सिंहा जी ये नितनेम कर रहा, बाणी पढ़ रहा। घर वाली ने प्रसादा तैयार करके क्या जी प्रसादा तैयार आ, आओ छकीए। जो पा के रखिया थाली च, परमात्मा का सबब ऐसा बनया कोई रमता फकीर आ गया मंगण लई। उन्हें अलख जगाई, भाई घर वाले घरों। अंदरों आवाज आई, हाँ जी घर आ। कहन लग्या कई दिनों की भुख लगी आ, कोई छकन लई मिल जाएगा। हुण इधर भी कई दिनों के भुखे आ, बाहर फकीर भी कहता कई दिनों की भुख लगी है। उन्हें कहा जी हाँ हाँ क्यों नहीं, आओ बैठो। ते उन्हें थाली च 3 प्रसादे पई वेखे, 2 प्रसादे फकीर ने छक ले, एक ही बचा। बाबा लैणा जी एक झीत विचों बाहर खड़े, झोंपड़ी आ हुण उहदे कोई इदां दे दरवाजे तो होने नहीं भी अंदर बाहर दिसे कुछ ना। झीत विचों वेख रहा भी लो एक प्रसादा रह गया, हुण मैं वेखदा किवें इन्हां दा सबर खड़दा। हुण इन्हां दा सिदक वेखिया जाना भी गल्लां ही करदे सी कि अंदर भी है कुछ। घर वाली एक प्रसादा फकीर असीसां दिंदा होया चलिया गया। एक प्रसादा थोड़ी जी दाल है। भाई सिंहा अपनी घर वाली नूं कहंदा तू छक लै, तू बच्ची नूं खुराक देनी आ, दुध देना। वो कहंदी नहीं जी तुसी छक लो, तुसी लोकां दे घरां च जाके काम करना, जे जान होएगी तां ही काम करोगे। एक दूजे नूं कह रहे हो, कहंदा तू छक, दूजा कहंदा तू छक। ते बाबा लैणा जी कहंदे दोवां ने अद्धा अद्धा छक लिया। अद्धा अद्धा छक के की अरदास देखो फिर की हुई, तू दाता दातार तेरा दिता खावड़ा। ते अरदास 3 दिनों बाद अद्धा अद्धा प्रसादा छक के भी उस परमात्मा का शुकराना किया। वाह गुरु नानक साहब तेरा कोट आन कोट शुक्र गए, तू सानू प्रसादा बख्शिया, सारी दुनिया नूं दई, कोई भुखा ना सोवे। बाबे लैणे दियां ताहां निकल गईयां। अंदर आके कहंदा भाई सिंहा धन तू ते धन तेरा गुरु है, जिहदे सिख एडे कमाल दे ओहदा गुरु किड्डा कमाल दा होएगा। मैनू दस ओ गुरु दा सदा, ओ गुरु दा सदा पत्र दे, उस गुरु दी दस पा रहिंदा किथे आ। इहो जे गुरु दे तां मैं भी चरनां नाल जुड़ के अपना आप उहदे तो कुर्बान कर देना। जिन्हें एडा सिदक बख्शिया होवे सिख नूं, जेड़ा 3 दिनां दा भुखा अद्धा प्रसादा छक के भी शुकराने लई अरदास कर रहा है। इत्थे तां लोक 36 पदार्थ छक के भी रब दा धन्नवाद नहीं करदे, परमात्मा का शुकराना नहीं करते। किन्ना किन्ना झूठा छड्ड जांदे आ थालियां च। जिन्हां नूं नहीं मिलदा उन्हां नूं पुछ के वेखो रोटी की कीमत की है, इन्हां प्रसादियां की कीमत की है। अन्न देवता है, पानी देवता है। अन्न देवता, पानी देवता, वैसंतर देवता, लूण पंजवां पाया किरत तां होआ पाक पवित्र। जे असीं शुकराना करन दी थां झूठ छड्डदे आ, प्रसादे विच नुक्स कढदे आ, कमियां कढदे आ, कमजोरियां कढदे आ, तुसी ये समझो कि देवतियां नूं, रब्बी रूहां, परमात्मा दीयां दातां दित्तियां, उन्हां दा निरादर कर रहे हो। तुसी रब नूं उलामा दे रहे हो भी तू साडे लई की कर लिया। सिख दा जिउंदा ही अरदास विच है। ये तां कहंदे ने खन्नी खन्नी रोटी ते गुजारा करन वालियां दा पंथ है। खन्नी रोटी समझदे, रोटी दा चौथा हिस्सा, जिन्हां नूं 8 पहरां बाद रोटी दा चौथा हिस्सा मिलिया, जिन्हां नूं एक नूण वाले पानी दा प्याला मिलिया, 8 पहरां बाद उन्हां ने एक रोटी दा चौथा हिस्सा खा के भी क्या परमात्मा शुक्र है तू प्रसादा दिता। गुरु साहब तुहाडा शुक्र है, तुसीं इन्ना ध्यान रखदे हो साडा। सिक्खी देखो किस किस जेड़ा है अवस्था का नाम सिक्खी है। सिक्खी एक सोच, सिक्खी एक अवस्था है, सिक्खी एक विचारधारा है, सिक्खी एक गुरु की दिती हुई सिक्ख्या है। सिक्खी सिक्ख्या गुर विचार, सिख वो है जिहदे अंदरों गुरु की सिक्ख्या चल के, कहण नाल कहाउण नाल सिख नहीं होईदा। गुरु की सिक्ख्या देखो भाई सिंह ने जीवन चो चल की, जिन्हें बाबा लैणा जी नूं गुरु नानक साहब कोल जाण लई मजबूर कर दिता। बाबा लैणा जी चलो गए, गुरु नानक साहब हुण सामने अंतरजामी सतगुरु है, पातशाह नूं पता कोई वड्डी दात जिहड़ी दात है, इस तख्त इस दात का मालक आ रहा है, अगों लैण वास्ते आप चले जाते हैं। बाबे लैणे दियां घोड़ी दियां लगामां फड़ के तख्त अपने दरबार विच लैके आउंदे आ। बाबा लैणा जी नूं कहा जांदा है
कि उस दरबार में चले जाओ, गुरु नानक साहब बैठे होणगे। बाबा लैणा जो दरबार च वड़दा है, सामने गुरु नानक साहब नूं तख्त ते बैठिया वेख के उत्थे ही बैठ जाता है, जारो जार रोन लग पैंदा है। गुरु नानक साहब कहंदे, लैणिया इन्नी दूरों आ गया, 4 कदमां दी दूरी ते क्यों बैठ गया, होर नेड़े आ, मैं तेनू लैण वास्ते गया ते तू फिर इत्थे दूरी पा के मेरे नेड़े आ। वो कहन लग्या, पातशाह मेरे तो भुल हो गई, पाप हो गया, गलती हो गई, मैं घोड़े ते चढ़िया, तुसी घोड़े दियां लगामां फड़ के पैदल तुर के आए, मैं एक किवें देण दियांगा। सन 1532 है। गुरु नानक साहब की उम्र तकरीबन 63-64 साल की है। बाबा लैणा जिस वेले आए ते महाराज कहंदे, नहीं नहीं, ਜਿਹੜਿਆਂ ने कुछ ਲੈਣਾ ਹੋਵੇ ਉਹ ਘੋੜਿਆਂ ਤੇ ਚੜ ਕੇ ਆਉਂਦੇ ਆ, ਜਿਨ੍ਹਾਂ ਨੇ ਕੁਝ ਦੇਣਾ ਹੋਵੇ ਉਹ ਲੈਣ ਵਾਲਿਆਂ ਦਾ ਇੰਤਜ਼ਾਰ ਕਰਦੇ ਆ। ਇਹ ਤਾਂ ਮੈਂ ਤੇਰਾ ਘੋੜੇ ਦੀਆਂ ਵਾਗਾਂ ਫੜ ਕੇ ਤੈਨੂੰ ਗੁਰੂ ਦੇ ਘਰ ਲੈ ਆਇਆ, ਤੇ ਅੱਜ ਜੇ ਤੂੰ ਆਈ ਗਿਆ ਆ ਮਨ ਦੀਆਂ ਵਾਗਾਂ ਵੀ ਫੜਾਈ, ਮੈਂ ਤੈਨੂੰ ਰੱਬ ਦੇ ਘਰ ਵੀ ਲੈ ਜਾਵਾਂਗਾ, ਤੈਨੂੰ परमात्मा ਦੇ ਘਰ ਲੈ ਜਾਵਾਂਗਾ। ਚਲੋ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲੇ ਅੱਜ ਟਿਕ ਗਏ, सेवा च लग गए। 7 साल सेवा करदियां लंघ गए, पता ही नहीं लग्या। वड्डे किया वड्याइयां कुछ कहना कहन ना जाए, इन्नियां रहमतां बाबा लैणा जी दे जीवन विच इह वरतियां। जिन्नी सेवा कीती हुक्म विच रह के कीती, जिन्ना भी गुरु दा हुक्म मन्निया, आग्या विच चल के हर सेवा उन्होंने अपने जीवन विच निभाई। सेवा करदियां करदियां कदे महाराज साहब ने कहा, आ धर्मशाला की कंध डिग पई आ, बना दिओ। कोई परवाह नहीं, कपड़ियां की कंध बनानी शुरू कर दी। किते क्या धर्मशाला च चूही मरी पई है, बाबा श्री चंद भी ना चूही कड्ढण गए, ना बाबा लक्ष्मी दास गए, ते कहंदे आ बाबा लैणा जी गए, कोई नक ते कपड़ा नहीं लिया। महाराज समझ गए, कहंदे संसार विच इन्ना जिहड़ा है मुर्दा रूहां दा वसेबा हो चुकिया है, बो आ रही है, इंसानियत मर चुकी है, मरिया होयां नूं अंदरों कड्ढण वास्ते तेरे वर्गे लैणे दी लोड़ है। जिन्हां दी इंसानियत मर चुकी है, उन्हां दी इंसानियत नूं जिंदा करना है। तो महाराज साहब ने किते रात नूं कपड़े धोण लई कहा, कदे चक्कड़ चों बाटा कड्ढण वास्ते कहा, कदे झोने विचों नदीन घाह कड्ढण वास्ते कहा, ना कदे महंगे कपड़ियां दी परवाह कीती, ना दिन वेख्या ना रात वेखी, इन्ने ही हुक्म आग्या विच चले। गुरु नानक साहब ने एक दिन कहा, लैणिया जदों महाराज ने धार्मिक रूप बनाया, देख बाबा बुढ़ा भी मुड़ गया, भगीरथ भी मुड़ गया, मन सुख भी मुड़ गया, लालो भी मुड़ गया, सारे सिख मुड़ गए, तू क्यों नहीं मुड़दा, तू भी चला। कहते पातशाह सारे तां मुड़िया, उन्हां दा घर सी, उन्हां दा कोई पिछे टिकाणा सी, जिहदा टिकाणा जिहदा घर होवे कोई पिछे मुड़दा। मारे कहते तेरा घर तेरा टिकाणा, मारे मेरा तो घर ही कोई नहीं, मेरा टिकाणा ही कोई नहीं। मारे ने क्रॉस वाया जमीन ते, कहते आ 4 दिशावां च किते दा तेरा टिकाणा होएगा। बाबा लैणा जी कहते पातशाह 4 दिशावां च किते टिकाणा नहीं, फिर किथे आ, मेरा टिकाणा तुहाडे चरनां विच है, मेरा घर तां तुहाडा दर है, होर मेरा ना टिकाणा ना दर ना घर। गुरु नानक साहब कहते अच्छा जे तेनू इस घर तो बिना कोई होर घर नहीं नजर आया, लै फिर आज आपां घर बदलीए, आपां अज टिकाणे बदल लईए, मैं तेरे घर विच रहना चाहुंदा, तू मेरे घर विच आ जा। भाई लैणिया सारी दुनिया ने मैनू मत्था टेकिया, मैं भी कोई इहो जे चरण लभ रिहा सी जिथे मैं मत्था टेक सकां, मैनू कोई इहो जे चरण नहीं लभे जिथे मैं मत्था टेक सकां। आ लो अज मैनू चरण भी लभ गए। पातशाह ने करतारपुर साहब की धरती ते बाबा लैणा जी नूं तख्त ते बिठा के धन गुरु अंगद साहब बना के सब तो पहला आप मत्था टेकिया, आप मत्था टेकिया गुरु अंगद देव पातशाह नूं। हुण गुरु अंगद देव पातशाह तख्त ते बैठ गया। फिर जेड़े अजीबो गरीब करिश्मे पातशाह दे जीवन विच ये जेड़े वरतदे आ, ते महाराज कहंदे आ 63 श्लोक ने धन गुरु अंगद देव पातशाह दे। सब तो पहला ही श्री राग दी वार विच आउंदा, जिस प्यारे स्यो नेहो तिस आग्या मर चलीए, त्रिग जीवन संसार तां कै पाछै जीवना। इदां दे प्रेम वाले, इदां दे प्यार वाले जदों शब्द गुरु अंगद देव पातशाह दे अंदरों निकले, इहदा मतलब ये नहीं कि शरीरक तौर ते मर जाना, जिहदे नाल प्यार मुहब्बत है, जदों आत्मिक तौर ते रब्बी याद करके दे नालों विछोड़ा पैंदा है, महाराज कहंदे उहदे विछोड़े नालों तां मर जाना चंगा, क्योंकि सिख दा जिउंदा ही याद विच है, सिख दा जिउंदा ही अरदास विच है, सिख दा जिउंदा ही उस परमात्मा दी भावना विच है। ते अज गुरु नानक साहब ने जदों तख्त ते बिठा दिता, नानक राज चलाया, सच कोट सतानी नीवदै, उस राज योग दे तख्त ते गुरु अंगद देव पातशाह नूं बिठा दिता, जिस तख्त ते बैठ के हुण गुरु अंगद देव पातशाह रहमतां वरता रहे। महाराज दे जीवन विच भी अरदास दे वरतारे बड़े वरते।
ਕਦੇ ਭਾਈ ਸਿੰਘਾਂ ਉੱਪਰ ਆਉਂਦਾ, ਉਹ ਅਰਦਾਸ ਕਰਦਾ ਹੈ। ਕਦੇ ਭਾਈ ਮਾਲੋ ਸ਼ਾਹ ਆਉਂਦਾ, ਉਹ ਅਰਦਾਸ ਕਰਦਾ ਹੈ। ਬੜਾ ਇੱਕ ਲੰਬੀ ਕਤਾਰ ਹੈ ਸਿੱਖਾਂ ਦੀ। ਇੱਕ ਭਾਈ ਜੀਵਾ ਹੈ, ਹਰ ਰੋਜ਼ ਦਰਿਆ ਤੋਂ ਪਾਰੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਲਈ ਆਪ ਆਪਣੇ ਹੱਥਾਂ ਨਾਲ ਖਿਚੜੀ ਬਣਾ ਕੇ ਲਿਆਉਂਦਾ। ਕਿੱਡੀ ਭਾਵਨਾ ਵਾਲੇ ਸਿੱਖ ਨੇ, ਜਿਨ੍ਹਾਂ ਨੇ ਨੇਮ ਨਿਭਾਇਆ, ਜਿਨ੍ਹਾਂ ਦੀ ਗੁਰੂ ਨਾਲ ਨਿਭੀ। ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਪਰਾ ਪੁੱਜੈ ਨਾ ਰਤਨ ਕਰੋੜ। ਜਿਨ੍ਹਾਂ ਦੀ ਜਨਮ ਤੋਂ ਅਖੀਰ ਤੱਕ ਗੁਰੂ ਨਾਲ ਨਿਭ ਗਈ, ਉਹਨਾਂ ਦੀ ਕੀਮਤ ਤਾਂ ਲੱਖਾਂ ਕਰੋੜਾਂ ਹੀਰੇ ਵੀ ਨਹੀਂ ਪਾ ਸਕਦੇ। ਉਹ ਲੱਖਾਂ ਕਰੋੜਾਂ ਹੀਰਿਆਂ ਨਾਲੋਂ ਵੀ ਜੀਵਨ ਕੀਮਤੀ ਲੈ ਕੇ ਜਾਂਦੇ। ਜਿਨ੍ਹਾਂ ਦੀ ਜਨਮ ਤੋਂ ਅਖੀਰ ਤੱਕ ਗੁਰੂ ਨਾਲ ਨਿਭੀ। ਭਾਈ ਜੀਵਾ ਜੀ, ਇਹ ਨੇਮ ਹੈ ਰੋਜ਼। ਗੁਰੂ ਸਾਹਿਬ ਨੇ ਕਿਹਾ ਅਰਦਾਸ ਕਰੋ, ਪਰ ਨਿੱਜੀ ਨਿੱਕੇ ਨਿੱਕੇ ਸਵਾਰਥਾਂ ਲਈ ਅਰਦਾਸ ਕਰਕੇ ਰੱਬ ਦੇ ਕਿਸੇ ਕੰਮ 'ਚ ਵਿਘਨ ਪਾਉਣਾ, ਇਹਦੇ ਤੇ ਵੀ ਗੁਰੂ ਖੁਸ਼ ਨਹੀਂ। ਇੱਕ ਰਜ਼ਾ, ਚਲੋ ਅਰਦਾਸ ਕਰੋ, ਲੇਕਿਨ ਅਰਦਾਸ ਦੇ ਵਿੱਚ ਇੱਕ ਸ਼ਬਦ ਜ਼ਰੂਰ ਕਹਿਣਾ, ਪਾਤਸ਼ਾਹ ਜੋ ਤੁਹਾਨੂੰ ਚੰਗਾ ਲੱਗਦਾ। ਅਸੀਂ ਦੁਨਿਆਵੀ ਜੀਵ ਹਾਂ, ਅਸੀਂ ਤਾਂ ਜੋ ਕਹਿਣਾ ਸੀ ਕਹਿ ਦਿੱਤਾ। ਤੁਸੀਂ ਸਾਡੇ ਮਾਂ-ਬਾਪ ਹੋ, ਤੁਸੀਂ ਸਾਡੀ ਚੰਗੀ ਤਰ੍ਹਾਂ ਪ੍ਰਤਪਾਲਣਾ ਕਰਨ ਵਾਲੇ ਹੋ। ਸਾਡੀ ਸੰਭਾਲ ਤੁਸੀਂ ਕਰਦੇ ਹੋ, ਸਾਡਾ ਚੰਗਾ ਮਾੜਾ ਸਭ ਤੁਸੀਂ ਜਾਣਦੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗੇ। ਭਾਈ ਜੀ, ਇੱਕ ਦਿਨ ਮੌਸਮ ਬੜਾ ਖਰਾਬ ਹੋਇਆ, ਮੀਂਹ ਹਨੇਰੀ ਤੂਫਾਨ ਝਖੇੜਾ ਬੜਾ, ਇੰਨਾ ਜਿਹੜਾ ਮੌਸਮ ਖਰਾਬ ਹੋਇਆ, ਤੇ ਭਾਈ ਜੀਵਾ ਜੀ ਨੂੰ ਲੱਗਿਆ ਕਿ ਕਿਤੇ ਅੱਜ ਸੇਵਾ 'ਚ ਵਿਘਨ ਨਾ ਪੈ ਜਾਏ। ਮੈਂ ਗੁਰੂ ਸਾਹਿਬ ਲਈ ਖਿਚੜੀ ਲੈ ਕੇ ਜਾਣੀ ਹੈ, ਜੇ ਮੌਸਮ ਦੇ ਹਾਲਾਤ ਇਵੇਂ ਰਹੇ ਫਿਰ ਕਿਵੇਂ ਪਹੁੰਚਣਾ ਹੈ। ਭਾਈ ਜੀਵਾ ਜੀ ਨੇ ਅੱਜ ਸਹਿ ਸੁਭਾ ਅਰਦਾਸ ਕਰ ਦਿੱਤੀ, ਸਤਿਗੁਰੂ ਸਿੱਖ ਦਾ ਨੇਮ ਨਿਭਾ ਦਿਓ, ਨੇਮ ਨਾ ਟੁੱਟੇ, ਪ੍ਰਮਾਤਮਾ ਮੇਰੀ ਸੇਵਾ ਵਿੱਚ ਵਿਘਨ ਨਾ ਪਵੇ। ਤਾਂ ਉਸ ਦਿਨ ਕਹਿੰਦੇ ਆ ਪਰਮਾਤਮਾ ਦੀ ਐਸੀ ਕਿਰਪਾ ਵਰਤੀ, ਕਿਉਂਕਿ ਜਿਹੜਾ ਸੇਵਾ ਨਿਰੰਤਰ ਕਰਦਾ ਹੈ, ਜਿਹੜਾ ਬਿਨਾਂ ਨਾਗੇ ਸੇਵਾ ਕਰਦਾ ਹੈ, ਨਾਲ ਸਿਮਰਨ ਕਰਦਾ ਹੈ, ਸੇਵਾ ਤੇ ਸਿਮਰਨ ਕਰਦਿਆਂ ਕਿਸੇ ਦਾ ਬੁਰਾ ਚਿਤਵਦਾ ਨਹੀਂ, ਬੁਰਾ ਸੋਚਦਾ ਨਹੀਂ, ਬੁਰਾ ਕਰਦਾ ਨਹੀਂ। ਪਰ ਕਾ ਬੁਰਾ ਨਾ ਰੱਖੋ ਚੀਤ, ਨਰ ਅਚੇਤ ਪਾਪ ਤੇ ਡਰ ਰੇ। ਏਦਾਂ ਦਾ ਜਿਹਦਾ ਜੀਵਨ ਹੋਵੇ ਤੇ ਸੇਵਾ ਤੇ ਸਿਮਰਨ ਕੋਲ ਹੋਵੇ, ਉਹਨਾਂ ਦੀ ਰਸਨਾ ਤੇ ਪ੍ਰਮਾਤਮਾ ਦਾ ਵਸੇਬਾ ਹੋ ਜਾਂਦਾ। ਜਿਹਨੂੰ ਸਤਿਗੁਰੂ ਕਹਿੰਦੇ ਜਾ ਕਾ ਕਹਿਆ ਦਰਗਹਿ ਚੱਲੇ। ਉਹਨਾਂ ਦੇ ਬੋਲਣ ਵਿੱਚ, ਉਹਨਾਂ ਦੇ ਜਿਹੜੇ ਸ਼ਬਦਾਂ ਵਿੱਚ ਇੰਨੀ ਜਾਨ ਆ ਜਾਂਦੀ ਆ ਕਿ ਉਹਨਾਂ ਦੇ ਕਹੇ ਹੋਏ ਸ਼ਬਦ ਫਿਰ ਵਿਅਰਥ ਨਹੀਂ ਜਾ। ਜੇ ਇਸੇ ਨੂੰ ਤਾਂ ਮਾਰੇ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਨ ਦਾ ਅਰਥ ਹੁੰਦਾ ਸੇਵਕ। ਅੱਜ ਅਸੀਂ ਇਹ ਪੰਕਤੀ ਜ਼ਰੂਰ ਪੜ੍ਹਦੇ ਹਾਂ, ਪਰ ਇਹਦੇ ਵਿੱਚ ਜਿਹੜਾ ਜਨ ਸ਼ਬਦ ਹੈ ਇਹ ਬੜਾ ਗਹਿਰ ਗੰਭੀਰ ਹੈ। ਜਨ ਦਾ ਅਰਥ ਹੁੰਦਾ ਸੇਵਕ। ਮਾਰੇ ਕਹਿੰਦੇ ਸੇਵਕ ਦੀ ਅਰਦਾਸ ਵਿਅਰਥ ਨਹੀਂ ਜਾਂਦੀ। ਮਾੜਾ ਜਿਹਾ ਆਪਣਾ ਜੀਵਨ ਜ਼ਰੂਰ ਵੇਖਣਾ ਪਏਗਾ ਵੀ ਅਸੀਂ ਸੇਵਕ ਬਣੇ ਆ ਕਿ ਨਹੀਂ ਬਣੇ। ਸੇਵਕ ਦਾ ਜਿਹੜਾ ਹੁਕਮ, ਜਿਹੜਾ ਉਹਦਾ ਜੀਵਨ ਹੁੰਦਾ ਹੈ, ਉਹ ਇੱਕ ਗੁਲਾਮ ਵਰਗਾ ਜੀਵਨ ਹੁੰਦਾ ਹੈ, ਕਿਉਂਕਿ ਗੁਲਾਮ ਦੀ ਕੋਈ ਮਰਜ਼ੀ ਨਹੀਂ ਹੁੰਦੀ, ਸੇਵਕ ਦੀ ਵੀ ਕੋਈ ਮਰਜ਼ੀ ਨਹੀਂ ਹੁੰਦੀ। ਸੇਵਕ ਆਪਣੀ ਉਹ ਤਾਂ ਮੁਰਦਾ ਹੋਏ ਮੁਰੀਦ ਨਾ ਕੱਲੀ ਹੋਣਾ। ਜਿਹੜਾ ਸੇਵਕ ਆ ਜਿਉਂਦੇ ਜੀ ਆਪਣੇ ਆਪ ਨੂੰ ਮੁਰਦਾ ਬਣਾਉਣਾ ਪੈਂਦਾ ਹੈ, ਕਿਉਂਕਿ ਗੁਰੂ ਇੱਕ ਕਬਰ ਹੈ, ਕਬਰ ਵਿੱਚ ਮੁਰਦੇ ਹੀ ਦਫਨਾਏ ਜਾਂਦੇ ਆ, ਜਿਉਂਦਾ ਕੋਈ ਕਬਰ 'ਚ ਨਹੀਂ ਪੈਂਦਾ। ਜੇ ਗੁਰੂ ਕਬਰ ਵਿੱਚ ਸਮਾਉਣਾ ਚਾਹੁੰਦਾ, ਭਾਈ ਗੁਰਦਾਸ ਕਹਿੰਦੇ ਆਪਣੇ ਆਪ ਨੂੰ ਜਿਉਂਦੇ ਨੂੰ ਮਾਰ ਲੈ, ਜਿਉਂਦੇ ਨੂੰ ਮਾਰ ਲੈ। ਮਾਰਨਾ ਕਿਵੇਂ? ਹੰਕਾਰ ਮਾਰ, ਅੰਦਰੋਂ ਮੈਂ ਮਾਰ, ਆਪਣਾ ਆਪਾ ਮਾਰ। ਬਸ ਇਹੀ ਕਹਿ ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ, ਔਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਪਾਤਸ਼ਾਹ ਮੈਂ ਤਾਂ ਹੈ ਹੀ ਕੁਛ ਨਹੀਂ, ਮੇਰੀ ਹੋਂਦ ਖਤਮ। ਬਸ ਇਉਂ ਆਪਣੇ ਆਪ ਨੂੰ ਮਾਰ ਲਾ। ਜਿੱਦੇ ਆਪਣਾ ਆਪਾ ਮਰ ਗਿਆ, ਮੈਂ ਮਰ ਗਈ, ਉਦੇ ਫਿਰ ਇਸ ਸਰੀਰ ਘਰ ਵਿੱਚ परमात्मा का वसेबा हो जाएगा, प्रगट हो जाएगा। क्योंकि जब हम होते तब तू नहीं, जिन्नी देर तक मैं नहीं मरदी, ये मरनी किवें? शब्द मरो फिर जीवो सादगी, तां फिर मरना हुई। शब्द की कमाई सेवा ते सिमरन दे पहरे दे हेठ ये मैं मरदी है, हंकार मरदा, हौमे मरदी है, ते साडी परमात्मा नाल नेड़ता हुंदी है। परमात्मा दे घर सिख प्रवान हुंदा है। ते महाराज साहब कहंदे आ ओ गुरु अंगद दे पातशाह भाई जेड़े कहंदे आ जो सिर साईं ना निवै सो सिर दीजै डार। देखो कैसे शब्द ने गुरु अंगद साहब दे, किन्ना अपने आप नूं गुरु दे चरनां च समर्पण कीता। भाई जेड़ा सिर गुरु दे अदब सत्कार विच झुकदा नहीं, उहनूं ला के पासे रख देना चाहिदा। हुण कल्ले आ सिर दी गल नहीं, ਇਹ ਸਿਰ ਨੇ ਵੀ ਉਦੋਂ ਝੁਕਣਾ ਜਦੋਂ ਅੰਦਰ ਨਿਮਰਤਾ ਹੋਏਗੀ। ਇਹ ਸਿਰ ਉਦੋਂ ਨਹੀਂ ਝੁਕਦਾ ਜਦੋਂ ਅੰਦਰ ਹੰਕਾਰ ਦਾ ਕਿੱਲਾ ਹੋਵੇ, ਹੰਕਾਰ ਦਾ ਸਰੀਆ ਧੌਣ ਵਿੱਚ ਖੜਾ ਹੋਵੇ। ਇਹ ਸਿਰ ਨੂੰ ਝੁਕਣ ਨਹੀਂ ਦਿੰਦਾ। ਤੇ ਜਿਹਦੇ ਹਲੇ ਤੱਕ ਹਉਮੈ ਹੰਕਾਰ ਕਰਕੇ ਜਿਹਦਾ ਸਿਰ ਵੀ ਗੁਰੂ ਅੱਗੇ ਨਹੀਂ ਝੁਕਦਾ, ਪਾਤਸ਼ਾਹ ਕਹਿੰਦੇ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ। ਜਿਹੜੇ ਪਿੰਜਰ ਸਰੀਰ ਵਿੱਚ ਬਿਰਹਾ ਵਿਜੋਗ
बिरखा दी पीड़ा, विछोड़े दी तड़प, किरत कर्म के विछड़े, बहुत जन्म विछड़े थे माधो, ये एहसास नहीं। ते मारे कहते आ तो ओ जिहड़ा बिरखा है, ओ जिहड़ा शरीर है, सो पिंजर लै डार, उस पिंजर नूं, शरीर नूं साड़ देना चाहिए, जिस पिंजर जिहड़े शरीर विच रब नूं मिलण लई तड़प ना होवे, ओनूं मिलण लई बैराग ना होवे, ओनूं मिलण लई तांग ना होवे, ओहदे मिलण वास्ते अंदर भावना ही ना कदे जागी होवे, ओ शरीर दा करना की। तो इसलिए पातशाह ने जदों भाई जीवा जी ने अरदास की, चलो मौसम ठीक होया, सिख दी सेवा निपरे चढ़ी, दरिया पार किया, गुरु साहब के चरणों च गया, खिचड़ी भी रखी पर सतगुरां ने पिठ कर ली। गुरु अंगद साहब खुश नहीं, तो सिख ने कहा महाराज की गुस्ताखी, कहने लगे भाई जीवा जे कोई थोड़ी जी अजमत आ जाए, सेवा करके थोड़ी जी कृपा बख्शिश वातर जाए, रब नूं अपने हुक्म च नहीं चलाउणा, परमात्मा दे हुक्म नहीं लागू करना, परमात्मा नूं यह नहीं कहना मेरी मर्जी नाल आ कर, तेरी कल्ले दी मर्जी करके पता नहीं किन्ना दा नुकसान होया होगा, तेरी कल्ले दी मर्जी करके पता नहीं किन्ने क जीवां दा नुकसान होया होगा। गुरु तां रजा विच रहना सिखाउंदा, जे अज मौसम खराब करके तू नहीं सी आ सकना, यह भी तो गुरु दी रजा होएगी ना, कोई यह भी तो गुरु दा हुक्म होएगा ना, कोई जे उन्हें सेवा लैनी हुई तो अपने आप कला वरता के तेरे तो लै लेगा, पर तू अरदास की, परमात्मा का विधान ही बदल के रख दिता, परमात्मा दे तू इस काम में रुकावट खड़ी कर दी। इवें अरदास नहीं करनी कि परमात्मा के किए हुए कारज विच कोई सिख रुकावट पा सके, भाणे में चलना है, सो सिख सका बंद पै भाई जे गुर के भाणे में आवे। सतगुरां ने सारे सिखां नूं उपदेश दिता, भाई अरदास चलो जे करनी है तो गल गुरु ते छड़ देनी है, गल परमात्मा ते छड़ देनी है, परमात्मा जो तुद भावे साई भली कर, जिवें तैनूं चंगा लगदा उवें कर। इसे तरह ही उत्थे एक तपा जोगी रहिंदा है शिवनाथ, बड़ा लंबा समा हो गया खनूर दे इलाके च मींह नहीं पिया, बड़े किसान जिमींदार इकट्ठे होकर इहदे कोल गए, जी तुसीं रब दे प्यारे हो, भगत हो, तुहाडा जप तप है, तुहानूं लोक तपा कहंदे आ, तपीशर हो तुसीं, ते मींह पवा दिओ। औड़ लगी, अकाल पिया होया, वो कहंदा मैं तां पवा दिआंगा, पर जिहड़ा अंगद साहब नूं तुसीं बिठाई बैठे हो ना, जिन्ना चिर इहनूं पिंड चों बाहर नहीं कढदे मींह नहीं पैना, जां ओहनूं कहो मींह पवावे ते जां ओहनूं कहो पिंड छड्ड के चलिया जावे, फिर मींह पै जाएगा। हुण जिहनूं लोड़ है, थोड़ नालों लोड़ वड्डी चीज, कहंदे आ लोड़ दे मारिया हुण समझ नहीं सके भी ये हो की रिहा। चलो सतगुरां ने कोई ना कोई जिहड़ी कला वरताउणी हुंदी आ, बड़े भेद उहदे चों निकल के बाहर आउणे हुंदे आ, ते जदों पातशाह नूं जाके क्या महाराज कि तपे नूं असीं कहा कि कोई कला वरता मींह पवे, उन्हें कहा भी गुरु अंगद साहब नूं पिंड चों बाहर कड्डो तां मींह पैना। मारे कहंदे इस तों चंगा की हो सकदा, असीं भाई परमात्मा नाल जोर अजमाई नहीं कर सकते। हाँ असीं उहदे अरदास करके भी असीं यही कहना जिवें तैनूं चंगा लगदा परमात्मा, ये नहीं कि मैं कहदा ते हुण तूं कर, इत्थे हुक्म नहीं, इत्थे तां अरदास है, इत्थे बेनती है, इत्थे तरला है, एक जोदड़ी है, इत्थे अंदर दी भावना है, इत्थे परमात्मा ते हुक्म नहीं सुनाया जांदा, अरदास बेनती कीती जांदी है। जे असीं करांगे तां बेनती रूप विच करके उहनूं यही कहांगे जिवें तैनूं चंगा लगदा उवें कर। चलो साडे जाण नाल जे मींह पैंदा, मारे कहंदे इस तों चंगा की होएगा। पातशाह चले गए, हुण ओहदा एक पाज सी जिहड़ा उगड़िया, हुण ओहदे पल्ले ही कुछ नहीं सी, किहड़ा मींह पैना सी। समा लंघदा गया, कोई मींह नहीं पिया। जदों गुरु अमरदास, बाबा अमरदास अपने नगर बासर के गिला, क्योंकि सेवा विच आए हुए ने, बासर के गिला गए हुए ने, जदों वापस आए पुछया गुरु अंगद देव पातशाह कित्थे आ, सारी वारता सिखां ने दसी कि इदां इदां तपे जोगी दे कहण नाल गुरु अंगद देव पातशाह पता नहीं कित्थे एकांतवास हो गए आ ते ना मींह पिया। गुरु अमरदास, बाबा अमरदास हुण सेवा करदे करदे एक ब्रह्म ज्ञान की अवस्था आउंदी है, एक रसना ते रब वसदा है, क्योंकि उन्हां समयां विच जिहड़े सिख सन ਉਹ ਤਾਂ तन मन धन गुरु ਨੂੰ सौंप के ਚੱਲਣ वाले सन, गुरु नाल छल करन वाले नहीं सन, कपट करन वाले नहीं सन, फरेब करन वाले नहीं सन, ना ही कोई उन्हां दीयां इन्नियां वड्डियां लोड़ां सन कि ਉਹ पूरियां ना होण ते गुरु नाल रुस्से ही रहण। अज दा सिख निक्की निक्की गल तो गुरु नाल रुस्सिया बैठा, निक्की निक्की गल तो गुरु नाल, जे गुरु घर आए नूं मेरे वर्गे किसी सेवादार तो गलती नाल कोई ऊच नीच हो गई, वो गुरु ग्रंथ साहब नूं छड्ड जांदा है, जद कि इन्हां गल्लां वल ध्यान ही नहीं होना चाहिए भी सानूं कौन मिलिया कौन नहीं। असीं जदों आई गुरु ग्रंथ साहब नूं मिलना, साडा ध्यान तां गुरु ग्रंथ साहब वल होना चाहिए, जिन्हों मिलण वास्ते चले आ,
ਜਿਹਦੇ ਨਾਲ ਸਾਡਾ ਨੇਹ ਹੋਇਆ। ਮਾਰੇ ਤਾਂ ਕਹਿੰਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਭਿੱਜਿਆ ਕਮਲੀ ਰਾਹ ਤਾਂ ਟੁੱਟਿਆ ਨੇ। ਇੱਥੇ ਜਿੰਨੀਆਂ ਮਰਜ਼ੀ ਗਲੀਆਂ ਚਿੱਕੜ ਦੀਆਂ ਭਰੀਆਂ ਹੋਣ, ਫਿਰ ਵੀ ਤੇਰੀ ਭਾਵਨਾ ਐਡੀ ਪ੍ਰਬਲ ਹੋਵੇ ਚਿੱਕੜ ਵਿੱਚੋਂ ਨਿਕਲ ਕੇ ਵੀ ਜਾ ਮਿਲਣ ਵਾਸਤੇ। ਇਹ ਗਲੀਆਂ ਦਾ ਚਿੱਕੜ ਕੀ ਹੈ? ਇਹ ਆ ਬਾਹਰ ਵਾਲੀਆਂ ਗਲੀਆਂ ਦਾ ਜ਼ਿਕਰ ਨਹੀਂ ਹੈ, ਜਿਹੜੀਆਂ ਅੰਦਰ ਅੰਤਸ਼ਕਰਮ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸ਼ਨਾਵਾਂ ਤ੍ਰਿਸ਼ਨਾ ਈਰਖਾ ਸਾੜਾ ਪਤਾ ਨਹੀਂ ਕੀ ਕੁਛ ਅੰਦਰ ਚੱਲ ਰਿਹਾ, ਇਹ ਗਲੀਆਂ 'ਚ ਚਿੱਕੜ ਹੀ ਭਰਿਆ ਹੋਇਆ। ਹੰਕਾਰ ਦਾ ਚਿੱਕੜ ਹੈ, ਕੋਈ ਗਿਲੇ ਸ਼ਿਕਵੇ ਨੇ, ਕੋਈ ਮੇਰਾ ਕਾਰਜ ਪੂਰਾ ਹੋਇਆ ਕੋਈ ਨਹੀਂ ਹੋਇਆ, ਇਹ ਸਾਰੇ ਗਲੀਆਂ 'ਚ ਚਿੱਕੜ ਹੀ ਨੇ। ਇਹਨਾਂ ਵਿੱਚੋਂ ਨਿਕਲਿਆ ਅਰਦਾਸਾਂ ਕਰਕੇ ਜਾਣਾ। ਜਿਹਦੇ ਵੱਲ ਇੱਕ ਕਦਮ ਪੁੱਟਿਆ, ਹੁਣ ਕਰੋੜਾਂ ਕਦਮ ਉਹ ਲੈਣ ਵਾਸਤੇ ਆਏਗਾ। ਜਦੋਂ ਚਿੱਕੜ 'ਚ ਫਸੇਗਾ, ਅਰਦਾਸ ਕਰਦਾ ਨਹੀਂ, ਤੈਨੂੰ ਲੈ ਜਾਏਗਾ ਕੱਢ ਕੇ। ਉਹ ਜੇ ਲੱਗਿਆ ਨਾ ਚਿੱਕੜ ਵਿੱਚ ਧਸ ਗਿਆ, ਅਰਦਾਸ ਨਾ ਛੱਡੀ, ਅਰਦਾਸ ਕਰਦਿਆਂ ਨੂੰ ਉਹ ਲੈ ਜਾਂਦਾ ਹੈ। ਕਿਉਂਕਿ ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣਿਆ ਅਰਦਾਸ ਵਾ ਹੁਕਮ ਨਾ ਕਰੀ, ਅਰਦਾਸ ਕਰੀ ਉਹ ਲੈ ਜਾਏਗਾ। ਬਾਬਾ ਅਮਰਦਾਸ ਜੀ ਆਏ, ਕਹਿੰਦੇ ਅੱਛਾ ਆ ਗੱਲ ਹੈ, ਇਉਂ ਕਰੋ ਫਿਰ ਇਹ ਤਪੇ ਜੋਗੀ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਜਿਹੜਾ ਕਿਸਾਨ ਆਪਣੇ ਖੇਤ 'ਚ ਲੈ ਜਾਏਗਾ, ਉੱਥੇ ਭਰਪੂਰ ਵਰਖਾ ਹੋਏਗੀ। ਹੁਣ ਉਹ ਤਾਂ ਵਿਚਾਰਿਆਂ ਨੂੰ ਮੀਂਹ ਚਾਹੀਦਾ ਸੀ, ਚਾਹੇ ਗੁਰੂ ਅੰਗਦ ਸਾਹਿਬ ਪਵਾ ਦੇਣ, ਚਾਹੇ ਬਾਬਾ ਅਮਰਦਾਸ ਪਵਾ ਦੇਣ, ਚਾਹੇ ਤਪਾ ਜੋਗੀ ਪਵਾ, ਉਹਨਾਂ ਨੂੰ ਪਤਾ ਹੀ ਨਹੀਂ ਕਹਾਣੀ ਕੀ ਹੈ। ਤੇ ਫਿਰ ਕਿਸਾਨ ਇਸੇ ਤਰ੍ਹਾਂ ਹੀ ਹੋਇਆ, ਤਪੇ ਨੂੰ ਜਿਹੜੇ ਖੇਤ ਚਲੇ ਜਾਂਦੇ ਆ ਬੜਾ ਮੀਂਹ ਪੈਂਦਾ। ਅਖੀਰ ਸ਼ਾਮ ਤੱਕ ਉਹਦਾ ਖਿੱਚ ਕੇ ਇੱਕ ਕੋਈ ਅੰਗ ਬਾਂਹ ਇੱਧਰ ਨੂੰ ਖਿੱਚੀ ਜਾਂਦਾ, ਕੋਈ ਬਾਂਹ ਉਧਰ ਨੂੰ, ਅੰਗ ਖਿਲਾਰ ਦਿੱਤਾ। ਮੀਂਹ ਤਾਂ ਬਹੁਤ ਪਿਆ ਪਰ ਤਪਾ ਨਾ ਬਚਿਆ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਪਤਾ ਲੱਗਿਆ। ਬਾਬਾ ਅਮਰਦਾਸ ਜੀ ਜਦੋਂ ਗਏ, ਮਹਾਰਾਜ ਨੇ ਕੰਡ ਕਰ ਲਈ, ਪਿੱਠ ਕਰ ਲਈ। ਅਮਰਦਾਸ, ਰੱਬ ਦੀ ਰਜ਼ਾ ਵਿੱਚ ਤੂੰ ਰੁਕਾਵਟ ਪਾਈ ਹੈ, ਰੱਬ ਦੀ ਮਰਜ਼ੀ ਵਿੱਚ ਤੂੰ ਵਿਘਨ ਪਾਇਆ, ਰੱਬ ਦੀ ਮਰਜ਼ੀ ਵਿੱਚ ਤੂੰ ਆਪਣੀ ਮਰਜ਼ੀ ਕੀਤੀ ਹੈ, ਇਵੇਂ ਨਹੀਂ ਕਰਨਾ। ਜੇ ਤੁਹਾਡੇ ਬੋਲਾਂ ਵਿੱਚ ਕੋਈ ਕਿਰਪਾ ਵਰਤਣ ਲੱਗ ਪਈ ਤੇ ਰੱਬ ਦੀ ਰਜ਼ਾ ਵਿੱਚ ਕੀ ਇਹ ਕੰਮ ਅਸੀਂ ਨਹੀਂ ਸੀ ਕਰ ਸਕਦੇ। ਜਿਹੜਾ ਕੰਮ ਤੂੰ ਕਰਕੇ ਆਇਆ, ਜਿਸ ਗੁਰੂ ਦੀ ਸੇਵਾ ਵਿੱਚੋਂ ਤੈਨੂੰ ਇਹ ਦਾਤ ਮਿਲੀ ਹੈ, ਕਿ ਗੁਰੂ ਨਹੀਂ ਸੀ ਕਰ ਸਕਦਾ, ਮਾਰੇ ਕਰ ਸਕਦੇ, ਪਰ ਪਾਤਸ਼ਾਹ ਤੁਹਾਡਾ ਨਰਾਦਰ ਨਹੀਂ ਸਹਿਣ ਹੋਇਆ, ਤੁਹਾਡੀ ਬੇਅਦਬੀ ਨਹੀਂ ਸਹਿਣ ਹੋਈ। ਜਿਸ ਪਿਆਰੇ ਸੇ ਉਹਨੇ ਹੋ ਤੇ ਸਾਡਾ ਮਰ ਚੱਲੀਏ, ਤੁਸੀਂ ਨਾ ਕਹਿ ਰਹੇ ਹੋ ਤੁਹਾਡੇ ਨਾਲ ਸਾਡਾ ਸੰਬੰਧ ਪ੍ਰੇਮ ਮੁਹੱਬਤ ਇੰਨੀ ਹੈ। ਤਾਂ ਹੀ ਤਾਂ ਭਾਈ ਮਰਦਾਨਾ ਕਹਿੰਦਾ ਸੀ ਗੁਰੂ ਨਾਨਕ ਸਾਹਿਬ, ਮੈਨੂੰ ਲੋਕ ਜੋ ਮਰਜ਼ੀ ਕਹੀ ਜਾਣ ਕੋਈ ਪਰਵਾਹ ਨਹੀਂ, ਜਦੋਂ ਲੋਕ ਤੈਨੂੰ ਕੁਛ ਕਹਿੰਦੇ ਆ ਨਾ, ਕੁਰਾਈਆ ਜਾ ਰਿਹਾ, ਆਹ ਕੁਰਾਈਏ ਦਾ ਡੂਮ, ਉਦੋਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਉਦੋਂ ਮੇਰੇ ਤੋਂ ਸਹਿਣ ਨਹੀਂ ਹੁੰਦਾ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਰਦਾਨਿਆ, ਕੋਈ ਨਿੰਦਿਆ ਕਰੇ ਤਾਂ ਵੀ ਜਵਾਬ ਨਹੀਂ ਦੇਣਾ, ਕੋਈ ਉਸਤਤ ਕਰੇ ਤਾਂ ਵੀ ਜਵਾਬ ਨਹੀਂ ਦੇਣਾ। ਦੋਵੇਂ ਗੱਲਾਂ 'ਚ ਸਾਡੇ ਕੰਮ 'ਚ ਰੁਕਾਵਟ ਪੈ ਜਾਏਗੀ, ਸਾਡੇ ਕੰਮ 'ਚ ਰੁਕਾਵਟ ਪੈ ਜਾਏਗੀ। ਦੋਨੇ ਗੱਲਾਂ ਤੋਂ ਅੱਗੇ ਹੋ ਕੇ ਚੱਲਣਾ ਹੈ। ਤੋ ਇਸ ਲਈ ਭਾਈ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਵੀ ਸਿੱਖ ਪਤਾ ਨਾ, ਜਦੋਂ ਮਹਾਰਾਜ ਨੇ ਸਵੇਰੇ ਅੰਮ੍ਰਿਤ ਵੇਲੇ ਮਹਿਲਾਂ 'ਚੋਂ ਬਾਹਰ ਨਿਕਲਣਾ, ਦੀਵਾਨ ਹਾਲ ਵੱਲ ਨੂੰ ਜਾਣਾ, ਜਿਹੜੇ ਕੋੜੀ ਹੁੰਦੇ ਸੀ, ਪਿੰਗਲੇ ਹੁੰਦੇ ਸੀ, ਜਿਨ੍ਹਾਂ ਦੇ ਸਰੀਰ ਤੇ ਬੜੇ ਭਿਆਨਕ ਰੋਗ ਲੱਗੇ ਹੋਣੇ, ਉਹਨਾਂ ਸਾਰਿਆਂ ਨੇ ਉਸ ਰਸਤੇ ਤੇ ਬੈਠ ਜਾਣਾ ਜਿੱਥੋਂ ਗੁਰੂ ਅੰਗਦ ਦੇ ਪਾਤਸ਼ਾਹ ਨੇ ਲੰਘ ਕੇ ਜਾਣਾ। ਸਾਰਿਆਂ ਨੇ ਅੰਮ੍ਰਿਤ ਵੇਲੇ ਬੈਠ ਕੇ ਅਰਦਾਸਾਂ ਕਰਨ ਲੱਗ ਜਾਣੀਆਂ। ਤੇ ਅਰਦਾਸਾਂ ਵਿੱਚੋਂ, ਕਿਉਂਕਿ ਉਸ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਬਾਬਾ ਸੱਤਾ ਬਲਵੰਡ ਕਹਿੰਦੇ ਆ, ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ। ਹਰ ਵੇਲੇ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਉਸ ਪਰਮਾਤਮਾ ਦੀਆਂ ਸਿਫਤਾਂ ਹੋ ਰਹੀਆਂ ਨੇ, ਪਰਮਾਤਮਾ ਦੇ ਦਰ ਘਰ ਤੋਂ ਅਰਸ਼ਾਂ ਤੋਂ ਰੱਬੀ ਰਹਿਮਤ ਦਾ ਨੂਰ ਵਰਸ ਰਿਹਾ ਹੈ। ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕੱਟੀਐ। ਇਸ ਭਾਵਨਾ ਨਾਲ ਸਿੱਖ ਜਿਹੜੇ ਆ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਉਸ ਰਸਤੇ ਤੇ ਬੈਠ ਜਾਂਦੇ ਆ ਜਿੱਥੋਂ ਗੁਰੂ ਨੇ ਲੰਘਣਾ, ਕਿਉਂਕਿ ਉਹਨਾਂ ਨੂੰ ਸਮਝ ਪੈ ਗਈ, ਜਿਹੜਾ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰ ਲਏਗਾ, ਜਿਹਦੇ ਤੇ ਗੁਰੂ ਅੰਗਦ ਸਾਹਿਬ ਦੀ ਨਜ਼ਰ ਪੈ ਜਾਏਗੀ, ਉਹਦਾ ਜਨਮ ਮਰਨ ਕੱਟਿਆ ਜਾਏਗਾ, ਜਨਮਾਂ ਦੀ ਮੈਲ ਉਤਰ ਜਾਏਗੀ। ਭੱਟ ਸਾਹਿਬਾਨਾਂ ਨੇ ਵੀ ਕਹਿ ਦਿੱਤਾ, ਅਮਿਆ ਦ੍ਰਿਸ਼ਟ ਸੁਭ ਕਰੇ ਖਰੇ ਅਗ ਪਾਪ ਸਕਲ ਮਲ, ਕਹਿੰਦੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਦਾ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੇ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਕ ਧੋਵੇ। ਸਿੱਖ ਗੁਰੂ ਸਾਹਿਬ ਦੇ ਉਸ ਅਰਦਾਸ ਚਰਨਾਂ ਵਿੱਚ ਬੈਠ ਕੇ, ਉਸ ਰਸਤੇ ਤੇ ਬੈਠ ਕੇ ਅਰਦਾਸਾਂ ਕਰਦੇ ਸਨ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਆ ਭਾਈ ਗੁਰੂ ਅੰਗਦ ਦੇ ਪਾਤਸ਼ਾਹ ਦੀ ਅਜ਼ਮਤ ਹੈ, ਆ ਗੁਰੂ ਅੰਗਦ ਦੇ ਪਾਤਸ਼ਾਹ ਦੀ ਰਹਿਮਤ ਹੈ। ਫਿਰ ਅੰਗਦ ਗੁਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਿਹਾ, ਗੁਰੂ ਅੰਗਦ ਸਾਹਿਬ ਨੂੰ ਵੀ ਧਿਆਇਓ, ਕਿਉਂਕਿ ਧਿਆਉਣ ਵਾਲਿਆਂ ਦੇ, ਦਰਸ਼ਨ ਕਰਨ ਵਾਲਿਆਂ ਦੇ ਜੀਵਨ ਵਿੱਚੋਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ, ਕਰੋੜਾਂ ਜਨਮਾਂ ਦੇ ਪਾਪ ਮੁੱਕ ਜਾਂਦੇ ਆ। ਸਰੀਰ ਨੂੰ ਲੱਗੇ ਰੋਗ ਖਤਮ, ਮਨ ਨੂੰ ਲੱਗੇ ਰੋਗ ਖਤਮ, ਸਰੀਰ ਵੀ ਤੰਦਰੁਸਤ, ਮਨ ਵੀ ਤੰਦਰੁਸਤ, ਔਰ ਅੰਦਰ ਪਰਮਾਤਮਾ ਦਾ ਨਾਮ ਟਿਕਾ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈਂਦੇ ਆ, ਪਰਮਾਤਮਾ ਨਾਲ ਜੋੜ ਲੈਂਦੇ ਆ।
ਇਸ ਲਈ ਭਾਈ ਜੇ ਅੱਜ ਅਸੀਂ ਗੁਰੂ ਅੰਗਦ ਦੇ ਪਾਤਸ਼ਾਹ ਤੋਂ ਵੀ ਸਹਾਇਤਾ ਮੰਗਣੀ ਆ, ਗੁਰੂ ਅੰਗਦ ਦੇ ਪਾਤਸ਼ਾਹ ਦਾ ਸੰਗ ਮੰਗਣਾ ਹੈ, ਗੁਰੂ ਅੰਗਦ ਦੇ ਪਾਤਸ਼ਾਹ ਦੀ ਸਹਾਇਤਾ ਔਰ ਅੰਗ ਸੰਗ ਇਹ ਤਾਂ ਹੀ ਹੋ ਸਕਦਾ ਜੇ ਅਸੀਂ ਹਰ ਰੋਜ਼ ਅਰਦਾਸ ਕਰਾਂਗੇ, ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਧਿਆਵਾਂਗੇ ਤੇ ਉੱਠਦੇ ਬਹਿੰਦੇ ਕਵਾਂਗੇ ਸੋ ਕੋ ਅਟਲ ਗੁਰਸੇਵੀ ਹੈ, ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਉਹ ਗੁਰੂ ਅੰਗਦ ਸਾਹਿਬ ਨੇ ਜਿਹਦੇ ਦਰਸ਼ਨਾਂ ਵਿੱਚ ਐਡੀ ਵੱਡੀ ਰਹਿਮਤ ਵਰਤੀ। ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਦੀ ਡੂੰਘੀ ਸਾਂਝ ਅਰਦਾਸ ਨਾਲ ਬਣੇ ਤੇ ਅਰਦਾਸਾਂ ਕਰ ਕਰ ਹਰ ਵੇਲੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਅਸੀਂ ਅਰਦਾਸਾਂ ਕਰ ਕਰ ਗੁਰੂ ਨਾਨਕ ਸਾਹਿਬ ਤੱਕ ਆਪਣੀ ਪਹੁੰਚ ਕਰ ਲਈਏ, ਪਰਮਾਤਮਾ ਤੱਕ ਅਸੀਂ ਪਹੁੰਚ ਜਾਈਏ ਤੇ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਅਸੀਂ ਭਾਗੀ ਬਣ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦੇਹੋ ਸਜਣ ਅਸੀਸੜੀਆਂ ਜੋ ਹੋਵੇ, ਸਾਹਿਬ ਸੋ ਮੇਲ ਸਾਰੀ ਸੰਗਤ ਆਨੰਦ ਸਾਹਿਬ ਵਿੱਚ ਰਸਨਾ ਪਵਿੱਤਰ ਕਰਿਓ, ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ, ਸਭਨਾ ਗੱਲਾਂ